हाँ जी, मैं हाँ दलेल भमरा ਤੁਹਾਡਾ ਦੋਸਤ ਤੇ ਹੋਸਟ। ਅੱਜ ਫਿਰ ਹਰ ਮੰਗਲਵਾਰ ਦੀ ਤਰ੍ਹਾਂ ਤੁਹਾਡੀ ਸੇਵਾ ਵਿੱਚ ਸੁਨਹਿਰੀ ਯਾਦਾਂ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਹਾਂ। ਪਹਿਲਾਂ ਤਾਂ ਮੇਰੇ ਵੱਲੋਂ ਸਾਰੇ ਕਾਂਸੀ ਟੀਵੀ ਦੇਖਣ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਸਤਿ ਸ੍ਰੀ ਅਕਾਲ, ਜੈ ਗੁਰਦੇਵ, ਜਾਂਬੋ, ਸਲਾਮ, ਆਦਾਬ, and a very, very good afternoon to you. Today I've got some special guests who are listening to my program. They are English-speaking guests, so I will mention a few names to welcome them to my show. They're my friend James Morrison, Bob Downing, Alan Cleveley, and my good friend Harry Taylor and his good wife Joanne. They're all from the Albion Hub, and I meet them on every Wednesday afternoon, and sometimes the others I meet them on Thursday mornings at the Canal and River Trust meetings. So I hope you enjoy the program. Thank you very much for listening to this program, watching the program. So I will start the program in Punjabi language now. ਤਾਂ ਪਹਿਲਾਂ ਤਾਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਇਹ ਸੀ ਕੁਛ ਮੇਰੇ ਜੋ ਇੰਗਲਿਸ਼ ਸਪੀਕਿੰਗ ਦੋਸਤ ਮਿੱਤਰ ਸਾਡਾ ਪ੍ਰੋਗਰਾਮ ਦੇਖਦੇ ਹਨ। ਉਹਨਾਂ ਨੇ ਦੱਸਿਆ ਸੀ ਮੈਨੂੰ ਇੱਕ ਦੋ ਵਾਰੀ, ਤਾਂ ਮੈਂ ਸੋਚਿਆ ਕਿ ਕਿਉਂ ਨਾ ਉਹਨਾਂ ਦਾ ਵੈਲਕਮ ਕੀਤਾ ਜਾਵੇ ਉਹਨਾਂ ਦੀ ਆਪਣੀ ਲੈਂਗੁਏਜ ਦੇ ਵਿੱਚ ਹੀ। ਇਹ ਹਨ ਸਾਰੇ ਰਿਵਰ ਐਂਡ ਕਨਾਲ ਐਂਡ ਰਿਵਰ ਟਰਸਟ ਦੇ ਮੈਂਬਰਸ ਹਨ, ਕੁਝ ਐਲਬੀਅਨ ਕਲੱਬ ਦੇ ਹੱਬ ਦੇ ਮੈਂਬਰਸ ਹਨ। ਤਾਂ ਹਾਂਜੀ, ਤਾਂ ਚਲੋ ਆਪਾਂ ਚੱਲਦੇ ਹਾਂ ਆਪਣੇ ਸੁਨਹਿਰੀ ਯਾਦਾਂ ਦੇ ਪ੍ਰੋਗਰਾਮ ਵੱਲ। ਅਤੇ ਅੱਜ ਫਿਰ ਥੋੜ੍ਹਾ ਬਹੁਤਾ ਮੀਂਹ ਮੂੰਹ ਪੈ ਰਿਹਾ ਹੈ, ਕੁਝ ਠੰਡ ਵੀ ਹੋ ਰਹੀ ਹੈ। ਔਰ ਅਤੇ ਤੁਸੀਂ ਸੁਣਾਓ ਕਿ ਸਾਰਾ ਹਫ਼ਤਾ, ਪਿਛਲਾ ਹਫ਼ਤਾ ਤੁਸੀਂ ਕਿਸ ਤਰ੍ਹਾਂ ਗੁਜ਼ਾਰਿਆ? ਔਰ ਮੇਰੇ ਨਾਲ ਕੋਈ ਨਾ ਕੋਈ ਆਪਣੀ ਸੁਨਹਿਰੀ ਯਾਦ ਸਾਂਝੀ ਕਰੋ। ਇਹ ਜ਼ਰੂਰੀ ਨਹੀਂ ਕਿ ਤੁਹਾਡੀਆਂ ਸੁਨਹਿਰੀ ਯਾਦਾਂ ਹਨ ਜੋ ਸਾਰੀਆਂ ਇੱਥੇ ਦੀਆਂ ਹੋਣ ਜਾਂ ਇੰਡੀਆ ਦੀਆਂ ਹੋਣ ਜਾਂ ਫਿਰ ਕਿਤੇ ਦੀਆਂ ਵੀ ਹੋ ਸਕਦੀਆਂ। ਔਰ ਇਹ ਹੋ ਸਕਦਾ ਹੈ ਕਿ ਤੁਹਾਡੇ ਕਿਸੇ ਸਾਕ ਸੰਬੰਧੀ ਨਾਲ ਰਿਲੇਟਿਡ ਹੋਣ, ਮਾਂ ਬਾਪ ਦੇ ਨਾਲ ਰਿਲੇਟਿਡ ਹੋਣ, ਜਾਂ ਫਿਰ ਦੋਸਤਾਂ ਮਿੱਤਰਾਂ ਦੇ ਨਾਲ ਰਿਲੇਟਿਡ ਹੋਣ, ਪੇਂਡੂਆਂ ਦੇ ਨਾਲ ਰਿਲੇਟਿਡ ਹੋਣ। ਔਰ ਜੋ ਬੀਬੀਆਂ ਹਨ ਉਹ ਹੋ ਸਕਦਾ ਹੈ ਕਿ ਉਹਨਾਂ ਦੇ ਕੋਈ ਸਹੁਰਿਆਂ ਵੱਲੋਂ ਜਾਂ ਪੇਕਿਆਂ ਵੱਲੋਂ ਹੋ ਸਕਦਾ ਹੈ, ਇਹ ਉਹ ਵੀ ਹੋ ਸਕਦੀ ਹੈ। ਤਾਂ ਚਲੋ, ਸਾਡਾ ਟੈਲੀਫੋਨ ਨੰਬਰ ਹੈ 0300770224 ਹੈ, ਅਤੇ ਇੱਥੇ ਆ ਕੇ ਤੁਸੀਂ ਆਪਣਾ ਜੋ ਸੁਨਹਿਰੀ ਯਾਦ ਹੈ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਤਾਂ ਮੈਂ ਦੱਸਦਾ ਕਿ ਮੈਂ ਕਿਸ ਤਰ੍ਹਾਂ ਆਪਣਾ ਜੋ ਮੰਗਲਵਾਰ ਤੋਂ ਬਾਅਦ ਦੇ ਵਿੱਚ ਆਪਣਾ ਜੋ ਟਾਈਮ ਗੁਜ਼ਾਰਿਆ। ਕੁਛ ਤਾਂ ਜਿਸ ਤਰ੍ਹਾਂ ਮੈਂ ਦੱਸਿਆ ਕਿ ਮੈਂ ਕਨਾਲ ਐਂਡ ਰਿਵਰਸ ਟਰਸਟ ਦੀ ਮੀਟਿੰਗ ਦੇ ਵਿੱਚ ਜਾਂਦਾ ਹੁੰਦਾ, ਉੱਥੇ ਚਿਟ ਚੈਟ ਸ਼ੋਅ ਹੁੰਦਾ, ਸਾਰੇ ਗੱਲਬਾਤ ਕਰਦੇ ਆ ਔਰ ਬੜਾ ਹੀ ਆਨੰਦ ਆਉਂਦਾ ਉੱਥੇ ਸਾਰਿਆਂ ਨੂੰ ਮਿਲ ਕੇ। ਔਰ ਫਿਰ ਐਲਬੀਅਨ ਹੱਬ ਦੇ ਵਿੱਚ ਹੈਂਡਸਵਰਥ ਹੁੰਦੇ ਆ, ਉਹ 12 ਵਜੇ ਐਵਰੀ ਬੁੱਧਵਾਰ ਉੱਥੇ ਇਕੱਠੇ ਹੋਈਦਾ, ਅਤੇ ਉੱਥੇ ਵੀ ਕਈ ਦੋਸਤ ਮਿੱਤਰ ਮਿਲਦੇ ਹਨ ਅਤੇ ਬੜਾ ਅੱਛਾ ਲੱਗਦਾ ਹੈ। ਔਰ ਫਿਰ ਬਾਅਦ ਦੇ ਵਿੱਚ ਕੁਛ ਆਪਣੇ ਫੈਮਿਲੀ ਦੇ ਨਾਲ ਟਾਈਮ ਗੁਜ਼ਾਰਿਆ, ਕੁਛ ਐਤਵਾਰ ਗੁਰਦੁਆਰੇ ਮੱਥਾ ਟੇਕਣ ਗਿਆ, ਉੱਥੇ ਕੋਈ ਦੋਸਤ ਮਿੱਤਰ ਮਿਲੇ। ਉੱਥੇ ਵੀ ਕਈਆਂ ਨੇ ਉਹ ਦੱਸਿਆ ਕਿ ਉਹਨਾਂ ਨੇ ਮੇਰਾ ਲਾਸਟ ਵੀਕ ਦਾ ਪ੍ਰੋਗਰਾਮ ਦੇਖਿਆ ਸੀ, ਬੜਾ ਅੱਛਾ ਸੀਗਾ। ਤਾਂ ਚਲੋ, ਸਾਡੇ ਨਾਲ ਪਹਿਲੇ ਕਾਲਰ ਜੁੜ ਚੁੱਕੇ ਹਨ, ਉਹਨਾਂ ਦਾ ਵੈਲਕਮ ਕਰਦੇ ਹਾਂ। ਵੈਲਕਮ। ਹਾਂਜੀ, ਤੁਸੀਂ ਕੌਣ ਬੋਲ ਰਹੇ ਹੋ ਔਰ ਕਿੱਥੋਂ ਬੋਲ ਰਹੇ? ਹੈਲੋ ਜੀ। हाँ जी, गुड आफ्टरनून जी। आज़ाद साहब, की हाल चाल है? बस ਤੁਹਾਡਾ ਪ੍ਰੋਗਰਾਮ ਦੇਖਦੇ ਰਹੀਦਾ। ਵੈਰੀ ਗੁੱਡ। ਇੱਕ ਮੈਂ ਤੇਰਾ ਗੱਲ ਕਰਨਾ ਚਾਹੁੰਦਾ। ਹਾਂਜੀ। ਮਤਲਬ ਹੁਣ ਕੁਈਨ ਨੇ ਲੇਟ ਐਲਿਜ਼ਬeth ਸੈਕੰਡ ਦੇ ਮੁਤਲਕ ਇੱਕ ਪ੍ਰੋਗਰਾਮ ਵਿੱਚ ਮੈਂ ਸੁਣਿਆ ਸੀ ਕਿ ਐਲਿਜ਼ਬeth ਸੈਕੰਡ ਜਦੋਂ ਅੰਮ੍ਰਿਤਸਰ ਗਈ ਔਰ ਜਲਿਆਂਵਾਲਾ ਬਾਗ ਦੇ ਮਸਕਰ ਦੇ ਮੁਤਲਕ ਉਹਨਾਂ ਨੇ ਅਪੋਲੋਜਾਈਜ਼ ਨਹੀਂ ਕੀਤਾ, ਬਲਕਿ ਸਿਰਫ ਅਫਸੋਸ ਦਾ ਇਜ਼ਹਾਰ ਕੀਤਾ। ਅਤੇ ਜਿਸ ਤਰ੍ਹਾਂ ਮਤਲਬ ਸੰਨ 1919 'ਚ ਜਲਿਆਂਵਾਲਾ ਬਾਗ ਦੇ ਮਸਕਰ ਦੇ ਬਾਅਦ ਹੀ ਇੰਡੀਆ ਵਿੱਚ ਫਰੀਡਮ ਮੂਵਮੈਂਟ ਸ਼ੁਰੂ ਹੋਈ ਸੀ। ਜੀ ਜੀ। ਅਤੇ ਇੱਕ ਹੋਰ ਪ੍ਰੋਗਰਾਮ 'ਚ ਮੈਂ ਵੀ ਸੁਣਿਆ ਕਿ ਐਲਿਜ਼ਬeth ਸੈਕੰਡ ਜਿਹੜੀ ਹੈ ਦੂਸਰੀ ਵਰਲਡ ਵਾਰ ਵਿੱਚ ਮਲਕਾ ਮਤਲਬ ਬਣਨ ਤੋਂ ਪਹਿਲੇ ਐਂਬੂਲੈਂਸ ਦੀ ਡਰਾਈਵਰ ਵੀ ਰਹੇ ਨੇ। ਹਾਂਜੀ, ਵੀ ਮੈਂ ਕਿਸੇ ਪ੍ਰੋਗਰਾਮ ਵਿੱਚ ਸੁਣਿਆ ਸੀ। ਹਾਂਜੀ, ਬਿਲਕੁਲ ਸਹੀ ਗੱਲ ਜੀ, ਕਿਉਂਕਿ ਦਿਖਾਇਆ ਵੀ ਗਿਆ ਸੀਗਾ, ਕਿਉਂਕਿ ਉਹ ਵੀ ਤਕਰੀਬਨ ਜਿਸ ਤਰ੍ਹਾਂ ਆਮ ਲੋਕ ਕੰਮ ਕਰਦੇ ਹਨ ਕਿ ਉਹਨੂੰ ਐਕਸਪੀਰੀਅੰਸ ਲੈਣਾ ਸੀ ਇਸ ਚੀਜ਼ ਦਾ, ਔਰ ਇਸ ਵਾਸਤੇ ਉਹ ਐਂਬੂਲੈਂਸ ਡਰਾਈਵਰ ਵੀ ਅਤੇ ਹੋਰ ਵੀ ਉਹਨੇ ਕਈ ਕੰਮ ਕੀਤੇ ਹਨ ਜੋ ਕਿ ਆਮ ਜਨਰਲੀ ਲੋਕ ਕਰਦੇ ਸਨ। ਸ਼ੀ ਵਾਂਟਡ ਦੈਟ ਸੋਰਟ ਆਫ ਐਕਸਪੀਰੀਅੰਸ। ਔਰ ਜਿੱਥੋਂ ਤੱਕ ਕਿ ਅੰਮ੍ਰਿਤਸਰ ਦੇ
जलियांवाले बाग की जो विजिट किया है, तो मेरा ख्याल है कि जितों तक मैनू पता कि शी डिड अपोलोजाइज़, उन्हें अपोलोजाइज़ किया कि साढ़े जो पुरखा ने जो ये काम किए हैं ये अच्छे नहीं किए, तो वह करके वो अपोलोजाइज़ कर दिया। हो सकता मैं रॉन्ग भी होवां, और डॉक्टर साहब जे अगर मैं रॉन्ग होवां तो कोई व्यक्ति आके इस बारे भी कुछ चानन पाना चाहे तो जरूर साड़ा नंबर है 0300770224 ते आके इस बारे भी गल कर सकते हो। और अगर किसी होर नूं भी पता होवे कि जो क्वीन एलिजाबेथ II अपने थ्रोन ते आउण तो पहला उन्हें की काम किए सन और किस तरह अपने जो देश की मदद की सी, उन्हें जो आम लोगों के नाल काम करके, तो उस बारे भी कोई गलबात दसनी चाहे तो जरूर आके दसो। 0300770224 है। तो ये प्रोग्राम है सुनहरी यादां दा, और इस ये तुसी डिपेंड करता कि तुसी प्रोग्राम किस वास्ते लैके जाना है। और अगर कोई इस चाहे कि रॉयल फैमिली बारे भी गलबात की जाए तो वो मैनू कोई दिक्कत नहीं गई, तो बशर्त कि तुसी उस बारे कुछ न कुछ जानते हो और अपनियां गल्लां जो है वो साडे प्रोग्राम दे विच आके शेयर कर सकते हो। और हाँ, पिछले तकरीबन इस महीने की 8 तारीख तो बाद विच काफ़ी कुछ रॉयल फैमिली बारे दस्या गया तुसी, और कई चीज़ां मैं अपने आप ही देखिया हैं कि मैनू पता भी नहीं सीगा इस चीज़ का। और मैं एक होर चीज़ तुहानूं दसदा जावां सारिआं नूं, और मैनू ये नहीं सी पता कि जदों पता मैनू उदों लगा जदों कि प्रिंस फिलिप्स जो कि राणी का हसबैंड सीगा, उहदा घर वाला सीगा, जदों उसकी डैथ हुई तो उदों दस्या कि उन्होंने जो रॉयल वॉल्ट दे विच रखा गया सीगा उस तरह ही उहदे कॉफिन नूं, ताकि जदों क्वीन एलिजाबेथ राणी दा जदों देहांत होवे तां इन्हां दो कट्ठियां नूं जो भी करना है एक नाल ही उन्हां दा मतलब उन्हां नूं दफनाया जाए। तो इस तरह ही जदों क्वीन मदर पूरी हुई सी, देखो किन्ने सालां बाद, तकरीबन 60-65 साल बाद उन्हां दा जो क्वीन दा हसबैंड सीगा, राणी दा जो फादर सीगा, उन्होंने भी इस तरह ही वॉल्ट दे विच रखा गया सीगा। और जदों क्वीन मदर की डैथ हुई तो उदों उन्होंने दोनों ही फिर जिथे भी आखिरी जगह ते जिथे उन्होंने रैसट विच रखना सीगा उत्थे रखा गया सीगा। ये देखो इन्हां दे कोई रस्म रिवाज हैं कि दोनों इकट्ठियां नूं इन्हां ने दफनाउणा है। तो चलो ये सी एक कुछ इनफॉर्मेशन तुहाडे वास्ते। और नंबर है साडा 0300770224 आओ तो अपनी जो भी कोई सुनहरी याद है साढ़े नाल साझी कर सकते हो। तुसी कोई अगर इनफॉर्मेशन भी देनी चाहो जो कि साढ़े जो जिन्ने भी सुनने वाले हैं उन्हां लई लाभदायक हो सकती है, तो जरूर वो भी आके तुसी जरूर साढ़े नाल साझी कर सकते हो। तो साढ़े एक बड़े ही प्यारे लिसनर जो कि रेडियो के प्रोग्राम भी सुनते हैं और टैलीविजन के प्रोग्राम भी देखते हैं, यूट्यूब ते भी और जां फिर लाइव भी अमरजीत जी बर्मिंघम दे विच साडा प्रोग्राम देख रहे हैं। वेलकम है उन्हों का भी, क्योंकि हुणे हुणे ही मैसेज आया कि वह प्रोग्राम अज देख रहे हैं घर हैं इस वास्ते। तो चलो एक बारी फिर तुहानूं दसदा जावां कि नंबर है साडा 0300770224 और इस नाल नाल एक चीज़ होर हो सकता है तुहानूं हैरानी होवे कि इन्ने दुनिया विच इन्ने मुल्क हैं, सारी दुनिया के अगर मुल्कों का तुहानूं पता है किन्ने हैं वो भी सानूं दसो। और ये मेरा दसन का और पुछण का मकसद ये है कि जो भी कॉलर्स आउंदे हैं उन्होंने पता होना चाहिए कि जदों तुसी मेरे नाल गलबात करते हो तो ये जो गलबात लाइव है ये किहड़े किहड़े किन्ने मुल्कों दे विच इसका इनू जो सुनिया जा सकता है, क्योंकि तकरीबन सारी दुनिया का कोई कोना ऐसा नहीं है जिथे किसी न किसी मीडिया राही या फिर लाइव यूरोप दे विच हुण देख रहे हैं,
फिर इंटरनेट पर भी लोग देख रहे हैं दुनिया में किते भी इंटरनेट पर कांशी टीवी देखा जा सकता है और जदों फिर यह प्रोग्राम यूट्यूब पर जाते हैं वो भी लोग सारी दुनिया में देख सकते हैं यूट्यूब पर। तो एक जो मैं सवाल रखा है कि इस इत्थे दुनिया के किन्ने मुल्क हैं और मैं कई बारी अगे दस भी चुका हाँ तुहानूं तो देखिए कि किन्नियां कि लोगों किन्नियां कि साडे सुनने वालियां पता है कि ये प्रोग्राम किन्ने मुल्कां जाते हैं और ਇਹਦਾ जवाब देने वास्ते तुसीं 030077022246 ते आके साडे नाल गलबात कर सकते हो, दस सकते हो और अगर होर भी कोई तुसी गलबात करनी होवे अपनी कोई सुनहरी याद साडे नाल शेयर करनी होवे वो भी कर सकते हो। तो एक मैनू चेता आ गया क्योंकि मैं किसी नाल गलबात कर रहा सीगा पिछले हफ्ते कि किनू पता है कि राणी थ्रोन ते इसने अपना राग भाग कदों संभालिया सीगा। तां जदों दस्सिया जाता है कि इनू 1952 दे विच इन्हें अपना राग भाग संभालिया सीगा और इस दे नाल एक क्वेश्चन ये भी अराइज होंदा है कि उदों क्वीन एलिजाबेथ की उम्र कितनी सी। रफली अगर कोई ये भी सवाल का भी जवाब देना चाहे तो मेरा ख्याल है कि majority ऑफ लोग जो हैं उदों उन्होंने मेरा ख्याल सुरत नहीं होनी जदों कि राणी ने अपना राज भाग संभालिया सीगा 1952 दे विच। हाँ मैनू तो बिल्कुल इस चीज़ का नहीं पता क्योंकि मेरी जो डेट ऑफ बर्थ है वो 1949 दी है और मैं उदों तकरीबन 3 साल का सीगा जदों इसने अपना जो राज भाग संभालिया सीगा। और हाँ मेरे पिता जी जरूर गलबात करते होंदे सन इस बारे, वो कहते सन कि असीं अफ्रीका दे विच सीगे, वो ईस्ट अफ्रीकन रेलवे नौकरी करते सी ते उन्होंने जरूर चेता है क्योंकि रेडियो ते उदों खबर आई सीगी कि जो इंग्लैंड का राजा है उसका देहांत हो गया है। और मैं गलत ना होवां तो उस वेले क्वीन एलिजाबेथ अफ्रीका का दौरा करन गई हुई सी तो इसनों फिर वो अपनी जो विजिट सी शॉर्टकट करके आके इत्थे अपने बाप के थां राज भाग संभालिया सीगा। तो चलो एक बारी फिर दसदा जावां कि 030077022246 नंबर है साडा और टाइम भी बड़ी छेती नठा जा रहा है और अमूमन इस तरह हुंदा कि जदों साडा टाइम मुक्कण वाला हुंदा 5-7 मिनट्स रहिंदे हन उदों फिर 4-4 5-5 कॉल्स क्यू दे विच आ जांदियां हन। अगर तुसी गल करनी है और खुला टाइम लेना है तो पहला ही जदों प्रोग्राम शुरू हुंदा है उस वेले ही तुसी अपनी कॉल लगाया करो और गलबात करया करो, जो भी अपनी सुनहरी याद साडे नाल सांझी करनी है करया करो। तो साडे नाल एक कॉलर जुड़ चुके हैं। वेलकम है जी तुहाडा, तुसी कौन बोल रहे हो और कित्थों बोल रहे हो? हेलो जी मैं दोबारा आया तो तुसी वो सवाल पूछे है कि दुनिया के किन्ने मुल्क ने। हाँ जी तो मैं वो कंप्यूटर से चेक किया सी यूनाइटेड नेशंस के मुताबिक 193 मुल्क ने पूरी दुनिया के जेडे यूनाइटेड नेशंस विच रजिस्टर्ड ने। हाँ जी उन्हां दी कुल जिहड़ी तादाद नंबर है 193 हैगा 193 ठीक है। बाकी तुसी वो जेड़ा क्वीन दा पूछया क्वीन दी डेट ऑफ बर्थ जेडी है 21 अप्रैल 1926 है। हाँ जी वो मतलब जदों उन्हां दे किंग जॉर्ज 6 का इंतकाल होया सी 52 उदों 26 साल दी सन मेरा ख्याल है 26 साल दी। हाँ जी बिल्कुल ठीक है। हाँ जी दैट्स करेक्ट जी डेट ऑफ बर्थ दे हिसाब नाल। हाँ जी ठीक है जी थैंक यू वेरी मच डॉक्टर साहब। ये सन साडे डॉक्टर आज़ाद जी और उन्होंने दस्या कि अकॉर्डिंग टू द इंटरनेट सारी दुनिया दे विच 193 मुल्क हैं और क्वीन दी जो डेट ऑफ बर्थ है वो 21 अप्रैल 1926। ये भी करैक्ट है कि वो 26 साल की उम्र सी जदों उसने राज भाग संभालिया। तो एक होर कॉलर साडे नाल जुड़ चुके हैं। वेलकम है जी तुहाडा, तुसीं कौन बोल रहे हो और कित्थों बोल रहे हो?
ਹੈਲੋ ਹੈਲੋ ਜੀ, ਹਾਂਜੀ ਵੈਲਕਮ ਹੈ ਜੀ ਤੁਹਾਡਾ। ਤੁਸੀਂ ਕੌਣ ਬੋਲ ਰਹੇ ਹੋ? ਹਾਂਜੀ ਭਵਰਾ ਸਾਹਿਬ, ਹਾਂਜੀ ਸਤਿ ਸ੍ਰੀ ਅਕਾਲ। ਮੈਂ ਬਿਰਦੀ ਬੋਲਦਾ ਜੀ, ਗ੍ਰੇਟਵਾਰ ਤੋਂ। ਕੌਣ ਜੀ? ਬਿਰਦੀ। ਹਾਂਜੀ ਬਿਰਦੀ ਜੀ, ਸੁਣਾਓ ਕੀ ਹਾਲ ਚਾਲ? ਠੀਕ ਹੋ? ਵਧੀਆ ਠੀਕ, ਆਪਣਾ ਹਾਲ ਸੁਣਾਓ ਜੀ। ਵਧੀਆ ਜੀ, ਦੇਖੋ ਤੁਹਾਡੇ ਸਾਹਮਣੇ 9/9 ਜੀ। ਹੋਰ ਸੁਣਾਓ ਕੀ ਕਹਿਣਾ ਚਾਹੁੰਦੇ ਅੱਜ ਤੁਸੀਂ, ਕੀ ਸੁਣਾਓਗੇ ਸਾਨੂੰ? ਅੱਛਾ ਡਾਕਟਰ ਸਾਹਿਬ ਨੇ ਠੀਕ ਹੀ ਕਿਹਾ, 193 ਕੰਟਰੀਆਂ ਹੈਗੀਆਂ ਦੁਨੀਆ ਵਿੱਚ। ਜੀ ਜੀ ਹਾਂਜੀ, ਤੇ ਬਾਕੀ ਆਪਾਂ ਸੁਨਹਿਰੀ ਯਾਦਾਂ ਦੀ ਗੱਲ ਕਰ ਰਹੇ ਹਾਂ। ਹਾਂਜੀ, ਇੱਕ ਮੈਂ ਤੁਹਾਨੂੰ ਯਾਦ ਦੱਸਣਾ ਚਾਹੁੰਦਾ। ਜੀ ਜੀ ਦੱਸੋ ਜੀ। ਤੁਹਾਨੂੰ ਚੇਤਾ ਹੋਣਾ ਗਰਮੀਆਂ ਦੇ ਵਿੱਚ ਆਪਾਂ ਇੱਕ ਚੀਜ਼ ਹੁੰਦੀ ਸੀ, ਸ਼ੀਸ਼ਾ। ਹਾਂਜੀ, ਰੋਟੀ ਨਾਲ ਸ਼ੀਸ਼ਾ ਖਾਂਦੇ ਹੁੰਦੇ ਸੀ। ਹਾਂਜੀ ਬਿਲਕੁਲ ਜੀ। ਉਹ ਇਸ ਤਰ੍ਹਾਂ ਸੀਗਾ ਵੀ ਜਿਹੜੀਆਂ ਅੰਬੀਆਂ ਹੁੰਦੀਆਂ ਨੇ, ਛੋਟੇ ਅੰਬ ਆਪਣੇ, ਉਹਨਾਂ ਨੂੰ ਉਬਾਲ ਲਈਦਾ ਸੀ। ਹਾਂਜੀ, ਉਬਾਲ ਕੇ ਤਾਂ ਉਹ ਜਿਹੜੀ ਗਿੱਟ ਤੋਂ ਗੁੱਦਾ ਲਾ ਲਈਦਾ ਸੀ। ਠੀਕ ਆ ਜੀ। ਹਾਂਜੀ, ਤੇ ਲੱਸੀ ਲੈ ਕੇ ਨਾ ਘਰ ਵਿੱਚੋਂ, ਹਾਂਜੀ, ਤੇ ਉਹਨੂੰ ਕੱਪੜੇ ਵਿੱਚ ਬੰਨ ਕੇ ਤਾਂ ਕੀੜੀ ਨਾਲ ਢੰਗ ਲਈਦਾ ਸੀ। ਅੱਛਾ ਜੀ। ਤੇ ਜਿਹੜਾ ਸੀ ਪਾਣੀ ਨਾਲ ਨਿਕਲ ਜਾਂਦਾ ਸੀ, ਉਹ ਜਿਹੜਾ ਰਹਿ ਜਾਂਦਾ ਸੀ ਉਹਦਾ ਹਿੱਸਾ। ਹਾਂਜੀ ਹਾਂਜੀ, ਉਹਦੇ ਵਿੱਚ ਮਿਲਾ ਕੇ ਉਹ ਅੰਬੀਆਂ ਦਾ ਗੁੱਦਾ, ਹਾਂਜੀ, ਤੇ ਉਹ ਫਿਰ ਉਹ ਮਿਕਸ ਕਰ ਲਈਦਾ ਸੀ ਤੇ ਉਹਦੇ ਵਿੱਚ ਲੂਣ ਮਿਰਚ ਪਾ ਲਈਦੀ ਸੀ। ਹਾਂਜੀ, ਤੇ ਉਹਨੂੰ ਸ਼ੀਸ਼ਾ ਕਹਿੰਦੇ ਸੀ। ਠੀਕ ਆ ਜੀ। ਹਾਂਜੀ ਬਿਲਕੁਲ ਜੀ। ਤੁਸੀਂ ਇਹ ਤੁਹਾਨੂੰ ਯਾਦ ਹੋਣਾ, ਇਹ ਮੈਨੂੰ ਯਾਦ ਹੈ ਚੰਗੀ ਤਰ੍ਹਾਂ ਜੀ। ਮੇਰੇ ਤਾਂ ਮੂੰਹ 'ਚ ਪਾਣੀ ਆ ਗਿਆ ਨਾ ਸੁਣ ਕੇ ਚੀਚੇ ਦਾ। ਔਰ ਅਸੀਂ ਵੀ ਖਾਧਾ ਬਥੇਰਾ, ਕਿਉਂਕਿ ਉਹ ਕਿਸੇ ਵੇਲੇ ਇੱਦਾਂ ਕਰੀਏ, ਚਾਹੇ ਉਬਾਲ ਲਈਦਾ ਸੀਗਾ, ਔਰ ਚਾਹੇ ਅੰਬ ਨੂੰ ਤੁਸੀਂ ਥੋੜ੍ਹਾ ਜਿਹਾ ਗਰਮ ਕਰ ਲਓ ਗਿੱਠੀ ਦੇ ਥੱਲੇ ਰੱਖ ਕੇ ਜਾਂ ਕਿੱਦਾਂ। ਉਹ ਕਈ ਤਰੀਕੇ ਹੁੰਦੇ ਸੀ ਬਣਾਉਣ ਦੇ। ਔਰ ਗਰਮੀਆਂ ਦੇ ਵਿੱਚ ਸਪੈਸ਼ਲੀ ਲੂਣ ਮਿਰਚ ਪਾ ਕੇ ਉਹ ਫਿਰ ਉਹ ਤਰੀ ਜਿਹੀ ਬਣ ਜਾਂਦੀ ਹੁੰਦੀ ਸੀ, ਗੁੱਦਾ ਲਾ ਕੇ, ਤਾਂ ਉਹ ਬੜਾ ਸਵਾਦ ਹੁੰਦਾ ਸੀਗਾ। ਹਾਂਜੀ ਹਾਂਜੀ, ਮੈਂ ਕਿਹਾ ਮੈਂ ਤੁਹਾਨੂੰ ਸ਼ੇਅਰ ਕਰ ਲਵਾਂ ਜੀ। ਬਿਲਕੁਲ ਜੀ, ਬੜਾ ਅੱਛਾ ਕੀਤਾ। ਹੋਰ ਵੀ ਕੋਈ ਸੁਣਾਓ ਸਾਨੂੰ ਕੋਈ ਪੁਰਾਣੀ ਇਹੋ ਜਿਹੀ ਗੱਲਬਾਤ, ਜੇਕਰ ਬੱਚਿਆਂ ਨੂੰ ਵੀ ਪਤਾ ਲੱਗੇ, ਕਿਉਂਕਿ ਕਾਫੀ ਲੋਕ ਦੇਖ ਰਹੇ ਹਨ। ਉਹ ਸਾਇਲੈਂਟ ਲਿਸਨਰਸ ਹਨ, ਸਾਇਲੈਂਟ ਸੁਣਨ ਵਾਲੇ ਹਨ, ਦੇਖਣ ਵਾਲੇ ਹਨ। ਅੱਛਾ ਜੀ। ਭਵਰਾ ਸਾਹਿਬ, ਜਦੋਂ ਆਪਣੇ ਬਾਝੀਆਂ ਹੁੰਦੀਆਂ ਸੀ ਨਾ ਗਰਮੀਆਂ ਨੂੰ, ਹਾਂਜੀ, ਅਸੀਂ ਬਜ਼ੁਰਗਾਂ ਲਈ ਆਪਣੀ ਚਾਹ ਲੈ ਕੇ ਜਾਂਦੇ ਹੁੰਦੇ ਸੀ। ਅੱਛਾ ਜੀ। ਉਹ ਕਈ ਵਾਰੀ ਬੰਨਿਆਂ ਉੱਤੇ ਨਾ ਜਿਹੜੀ ਵੇਸਟ ਗਰਾਊਂਡ ਹੁੰਦੀ ਸੀ, ਉੱਥੇ ਭਗੋਲੇ ਹੁੰਦੇ ਸੀ, ਤੁਹਾਨੂੰ ਚੇਤਾ ਹੋਣਾ। ਹਾਂਜੀ, ਭਗੋਲੇ ਹੁੰਦੇ ਸੀ। ਉਹ ਲਾਲ ਰੰਗ, ਪਹਿਲਾਂ ਤਾਂ ਗ੍ਰੀਨ ਰੰਗ ਦੇ ਹੁੰਦੇ, ਫਿਰ ਪੱਕ ਕੇ ਲਾਲ ਰੰਗ ਦੇ ਹੋ ਜਾਂਦੇ ਸੀਗੇ। ਹਾਂਜੀ, ਤੇ ਜਦੋਂ ਛੋਟੇ ਛੋਟੇ ਸੀ ਤੇ ਕਈ ਵਾਰੀ ਖਾਣ ਲੱਗ ਪੈਂਦਾ ਸੀ। ਹਾਂਜੀ, ਮੈਂ ਕਿਹਾ ਤੁਹਾਨੂੰ ਯਾਦ ਹੋਣਾ ਇਹ। ਬਿਲਕੁਲ ਯਾਦ ਆ ਜੀ, ਬਥੇਰੇ ਖਾਧੇ ਆ। ਔਰ ਕਿਸੇ ਵੇਲੇ ਘਰਦਿਆਂ ਕੋਲ ਗਾਲਾਂ ਗੂਲਾਂ ਵੀ ਖਾਧੀਆਂ ਨਾਲ ਹੀ। ਹਾਂਜੀ, ਸ਼ਰਾਰਤਾਂ ਕਰੀਆਂ ਨਾ ਉਹਦਾ। ਹਾਂਜੀ, ਤੇ ਹਾਂਜੀ ਬੜੇ ਚਿਰਾਂ ਦੀ ਗੱਲ ਆ, ਕਿਉਂਕਿ ਮੈਨੂੰ ਇੰਡੀਆ ਛੱਡੀ ਨੂੰ 1965 ਮੈਂ ਛੱਡੀ ਸੀਗੀ। ਤੇ ਹੁਣ ਤੇ ਜ਼ਮਾਨਾ ਹੀ ਬਦਲ ਗਿਆ ਉੱਥੇ। ਬਿਲਕੁਲ ਜਾਓ ਤੁਸੀਂ, ਕੋਈ ਉਹ ਚੀਜ਼ ਹੈ ਹੀ ਨਹੀਂ। ਬਿਲਕੁਲ ਹੈ ਨਹੀਂ। ਹਾਂਜੀ, ਔਰ ਡੱਡੇ ਵੀ ਨਹੀਂ ਹੁੰਦੇ ਅੱਜ ਕੱਲ੍ਹ। ਦੇਖੋ ਡੱਡੇ ਨਾ, ਹਾਂਜੀ, ਚਨੇ ਨਹੀਂ ਹੁੰਦੇ, ਗੰਨੇ। ਮੈਂ ਦੇਖਿਆ ਨਹੀਂ ਜੀ ਕਮਾਦ ਉੱਥੇ ਕੋਈ ਵੀ। ਤੇ ਉਹਦਾ, ਔਰ ਵੀਰ ਜੀ ਅਗਰ ਕੋਈ ਕਿਤੇ ਗੰਨੇ ਗੁੰਨੇ ਹੋਣ ਵੀ ਨਾ, ਇੱਥੋਂ ਬਾਹਰ ਗਿਆ ਤੇ ਘੱਟ ਹੀ ਚੂਪਦਾ, ਕਿਉਂਕਿ ਉਹ ਦੰਦ ਨਿਕਲ ਜਾਂਦੇ ਉਹਨਾਂ ਸਾਰਿਆਂ ਦੇ। ਹਾਂਜੀ ਹਾਂਜੀ, ਕਿਉਂਕਿ ਉਹਨਾਂ ਦਿਨਾਂ 'ਚ ਆਪਾਂ ਜਦੋਂ ਉੱਥੇ ਇੰਡੀਆ ਹੁੰਦੇ ਸੀਗੇ, ਉਦੋਂ ਆਪਾਂ ਯੂਜ਼ ਟੂ ਸੀਗੇ ਦੰਦਾਂ ਨੂੰ ਵੀ ਥੋੜ੍ਹੀ ਜਿਹੀ ਜਿਹੜੇ ਆਪਣੇ ਕਿੱਕਰ ਦੀਆਂ ਦਾਤਣਾ ਕਰਕੇ, ਜਾਂ ਫਿਰ ਉੱਦਾਂ ਕਿਸੇ ਵੀ ਦਰਖਤ ਦੀਆਂ ਟਾਹਲੀ ਦੀ ਵੀ ਲਾ ਕੇ ਕਰ ਲਈਦੀ ਸੀ, ਕਿੱਕਰ ਦੀ ਨਾ ਮਿਲੇ ਤਾਂ ਉਹਨਾਂ ਦੰਦ ਬੜੇ ਮਜ਼ਬੂਤ ਹੁੰਦੇ ਸੀਗੇ। ਹਾਂਜੀ ਬਿਲਕੁਲ। ਸਾਹਿਬ ਹੁਣ ਮੈਂ ਪਹਿਲਾਂ ਤਾਂ ਸੌਰੀ ਮੰਗਦਾ। ਕੋਈ ਨਹੀਂ, ਕੋਈ ਨਹੀਂ। ਉਹ ਕਈ ਵਾਰੀ ਨਾ ਆਪਣੇ ਮਤਲਬ ਕਿ ਇੱਕ ਤਰ੍ਹਾਂ ਉਸਨੂੰ ਫੈਸ਼ਨ ਹੁੰਦਾ ਸੀ। ਹਾਂਜੀ, ਉਹ ਕਈ ਵਾਰੀ ਨਾ ਸਾਕੂ ਹੀ ਮਾਲਦੇ ਹੁੰਦੇ ਸੀ ਆਪਣੇ ਦੰਦਾਂ ਨੂੰ। ਹਾਂਜੀ, ਸਾਕੂ ਹੀ ਮਾਲਦੇ ਹੁੰਦੇ ਸੀ। ਉਹ ਥੋੜ੍ਹਾ ਜਿਹਾ ਬਰਾਊਨ ਜਿਹਾ ਹੋ ਜਾਂਦਾ ਸੀ ਆਪਣੇ ਬੁੱਟ ਜਿਹੜੇ ਨਾ ਮੂੰਹ ਦੇ। ਹਾਂਜੀ ਹਾਂਜੀ, ਉਹ ਵੀ ਇੱਕ ਜ਼ਮਾਨਾ ਸੀਗਾ। ਹਾਂਜੀ ਹਾਂਜੀ, ਉਹਨੂੰ ਮੇਰਾ ਖਿਆਲ ਉਹ ਲੇਡੀਜ਼ ਜ਼ਿਆਦਾ ਕਰਦੀਆਂ ਹੁੰਦੀਆਂ ਸੀ। ਰੰਗਲੀ ਦਾਤਨ ਹੁੰਦੀ ਸੀ ਉਹ, ਚਿੱਥ ਕੇ ਤੇ ਮਗਰੋਂ ਹੁੰਦਾ ਸੀਗਾ ਜੀ। ਹਾਂਜੀ, ਚਿੱਥ ਕੇ ਤੇ ਸੱਕ ਜਿਹਾ ਹੁੰਦਾ, ਚਿੱਥ ਕੇ ਤੇ ਮਗਰੋਂ ਦੰਦਾਂ ਤੇ ਫੇਰਦੇ ਹੁੰਦੇ ਸੀ, ਲਾਉਂਦੇ ਹੁੰਦੇ ਸੀ। ਹਾਂਜੀ ਬਿਲਕੁਲ ਬਿਲਕੁਲ, ਉਂਗਲੀ ਨਾਲ ਫੇਰਦੇ ਸੀ। ਬਿਲਕੁਲ ਜੀ ਬਿਲਕੁਲ। ਹਾਂਜੀ ਹਾਂਜੀ। ਤੇ ਹੋਰ ਕੋਈ ਵੀ ਯਾਦ ਹੈਗੀ ਤਾਂ ਸੁਣਾ ਦਿਓ ਹਾਲੇ ਅੱਜ ਕੱਲ੍ਹ। ਚਲੋ ਫਿਰ ਸੁਣਾ ਦਾਂਗੇ, ਕਿਉਂਕਿ ਕਈ ਵਾਰੀ ਇੱਦਾਂ ਹੁੰਦੀ ਵੀ ਸੋਚੀਦਾ ਵੀ ਜਿਹੜਾ ਟੌਪਿਕ ਚੱਲਦਾ ਹੋਵੇ ਨਾ ਉਹਦੀ ਗੱਲ ਕਰੀਏ। ਠੀਕ ਆ ਜੀ, ਬਿਲਕੁਲ। ਤੇ ਤੁਹਾਡਾ ਬਹੁਤ ਥੈਂਕ ਯੂ ਟਾਈਮ ਦੇਣ ਦਾ। ਥੈਂਕ ਯੂ ਜੀ, ਵੈਲਕਮ ਹੈ ਤੁਹਾਡਾ। ਫਿਰ ਵੀ ਆਉਣਾ ਜਦੋਂ ਕਿਤੇ ਰੋਕ ਲੱਗਾ। ਬਿਲਕੁਲ ਜੀ। ਹਾਂਜੀ, ਇਹ ਸਨ ਸਾਡੇ ਬਿਰਦੀ ਜੀ। ਇਹਨਾਂ ਨੇ 3 ਗੱਲਾਂ ਦੱਸ ਦਿੱਤੀਆਂ। ਇੱਕ ਤੇ
ਛਿੱਛਾ ਬਣਾਉਂਦਾ ਸੀ। ਉਹ ਮੇਰਾ ਖਿਆਲ ਹੈ ਕਿ ਲੋਕਾਂ ਨੂੰ ਕਈਆਂ ਨੂੰ ਚੇਤਾ ਆ ਗਿਆ ਹੋਣਾ। ਮੈਂ ਵੀ ਜਦੋਂ ਛਿੱਛਾ ਕਿਹਾ ਨਾ ਇਹਨਾਂ ਨੇ, ਮੈਂ ਸੋਚਣ ਲੱਗ ਪਿਆ ਵੀ ਇਹ ਕਿਹੜੀ ਚੀਜ਼ ਕਰ ਰਿਹਾ। ਜਦੋਂ ਕਿਹਾ ਵੀ ਛਿੱਛਾ ਬਣਾਉਂਦੇ ਹੁੰਦੇ ਸੀ ਤਾਂ ਫਿਰ ਪਤਾ ਲੱਗਾ ਵੀ ਇਹ ਉਹੀ ਚੀਜ਼ ਆ ਜਿਹੜੀ ਅਸੀਂ ਵੀ ਖਾਂਦੇ ਹੁੰਦੇ ਸੀਗੇ। ਔਰ ਹੁਣ ਤਾਂ ਅੱਜ ਕੱਲ੍ਹ ਤਾਂ ਉਹ ਚੀਜ਼ਾਂ ਮਿਲਦੀਆਂ ਹੀ ਨਹੀਂ। ਅੱਜ ਕੱਲ੍ਹ ਖਾਣ ਨੂੰ ਹੋਰ ਕਾਫੀ ਚੀਜ਼ਾਂ ਹੈਗੀਆਂ, ਪਰ ਇਹ ਕਿਸੇ ਵੇਲੇ ਤਾਂ ਉਹ ਮਜਬੂਰੀ 'ਚ ਵੀ ਹੁੰਦਾ ਸੀਗਾ ਵੀ ਜਦੋਂ ਹੈ ਨਹੀਂ, ਹੁਣ ਟਾਈਮ ਹੈ ਨਹੀਂ ਗਾ ਵੀ ਹੋਰ ਕੋਈ ਦਾਲ ਸਬਜ਼ੀ ਬਣਾਉਣ ਦਾ, ਵੀ ਚਲੋ ਅੰਬ ਨੂੰ ਕਰੋ ਪਾਣੀ 'ਚ ਤੱਤਾ ਜਾਂ ਫਿਰ ਗੀਠੀ ਦੇ ਥੱਲੇ ਰੱਖ ਕੇ ਉਹਨੂੰ ਥੋੜ੍ਹਾ ਜਿਹਾ ਭੁੰਨ ਲਓ ਅਤੇ ਉਹਦੇ ਵਿੱਚੋਂ ਗੁੱਦਾ ਲਾ ਕੇ ਅਤੇ ਬਣਾ ਕੇ ਅਤੇ ਲੂਣ ਮਿਰਚ ਪਾ ਕੇ ਉਹਦੇ ਵਿੱਚ ਅਤੇ ਜਿੱਦਾਂ ਉਹ ਰੋਟੀ ਉਹਦੇ ਨਾਲ ਖਾ ਲੈਣੀ। ਅਤੇ ਅਗਰ ਅੱਜ ਕੱਲ੍ਹ ਖਾ ਕੇ ਦੇਖੋ ਅਤੇ ਸਵਾਦ ਤੁਹਾਨੂੰ ਕਾਫੀ ਲੱਗੇਗਾ। ਔਰ ਕਈ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਉਹਨਾਂ ਦਾ ਸਵਾਦ ਤੁਹਾਨੂੰ ਇੱਥੇ ਜਿਹੜੇ ਬੜੇ ਐਕਸਪੈਂਸਿਵ ਸਬਜ਼ੀਆਂ ਭਾਜੀਆਂ ਤੁਸੀਂ ਖਾ ਕੇ ਦੇਖ ਲਓ, ਉਹਨਾਂ ਦਾ ਨਹੀਂ ਓਨਾ ਆਉਂਦਾ ਜਿੰਨਾ ਕਿ ਇਹੋ ਜਿਹੀਆਂ ਜਿਹੜੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਤੁਸੀਂ ਕਿਸੇ ਵੇਲੇ ਨੋਟਿਸ ਨਹੀਂ ਕਰਦੇ, ਉਹਨਾਂ ਦੇ ਨਾਲ ਰੋਟੀ ਪਾਣੀ ਖਾਓ ਤੁਸੀਂ ਅਤੇ ਬੜਾ ਅੱਛਾ ਲੱਗਦਾ। ਔਰ ਇੱਕ ਚੀਜ਼ ਮੈਨੂੰ ਹੋਰ ਚੇਤੇ ਆ ਗਈ, ਹੁਣ ਇਹਨਾਂ ਨੇ ਛਿੱਛੇ ਦੀ ਗੱਲ ਵੀ ਕੀਤੀ। ਔਰ ਕਿਸੇ ਵੇਲੇ ਜਦੋਂ ਰੋਟੀ ਸਵੇਰ ਨੂੰ ਜਾਂ ਦੁਪਹਿਰ ਨੂੰ ਖਾਣੀ, ਅਤੇ ਅਗਰ ਸਪੈਸ਼ਲੀ ਕੋਈ ਪ੍ਰਾਹੁਣਾ ਆਇਆ ਹੋਵੇ, ਗੈਸਟ ਆਇਆ ਹੋਵੇ, ਜੇ ਜ਼ਿਆਦਾ ਉਹਦੀ ਸੇਵਾ ਕਰਨੀ ਹੋਵੇ, ਅਤੇ ਜੇ ਰੋਟੀ ਪਾਣੀ ਦੇ ਨਾਲ ਦਾਲ ਸਬਜ਼ੀ ਦੇ ਨਾਲ ਜ਼ਰੂਰ ਸ਼ੱਕਰ ਕੌਲੀ 'ਚ ਪਾ ਕੇ ਉਹਦੇ ਵਿੱਚ ਘੀ ਗਰਮ ਕਰਕੇ ਪਾ ਕੇ ਅਤੇ ਉਹ ਦਿੱਤੀ ਜਾਂਦੀ ਸੀ ਸਗਾਤ ਦੇ ਵਜੋਂ। ਤਾਂ ਸਾਡੇ ਨਾਲ ਇੱਕ ਹੋਰ ਕਾਲਰ ਜੁੜ ਚੁੱਕੇ ਹਨ। ਵੈਲਕਮ ਹੈ ਜੀ ਤੁਹਾਡਾ। ਤੁਸੀਂ ਕੌਣ ਬੋਲ ਰਹੇ ਹੋ ਔਰ ਕਿੱਥੋਂ ਬੋਲ ਰਹੇ ਹੋ? ਮੈਂ ਭਾਈ ਦਰਸ਼ਨ ਸਿੰਘ ਸਲਾਹ ਤੋਂ ਬੋਲਦਾ। ਹਾਂਜੀ, ਵੈਲਕਮ ਹੈ ਜੀ ਤੁਹਾਡਾ। ਦਰਸ਼ਨ ਸਿੰਘ ਸਲਾਹ ਤੋਂ ਬੋਲਦਾ। ਹਾਂਜੀ, ਸਲਾਹਤ ਵਾਲਿਆ। ਹਾਂਜੀ ਦਰਸ਼ਨ ਸਿੰਘ ਜੀ, ਕੀ ਹਾਲ ਚਾਲ ਹੈ? ਠੀਕ ਠਾਕ। ਤੁਸੀਂ ਕਿਹਾ ਸੀ ਨਾ ਕਿਸੇ ਨੂੰ ਯਾਦ ਹੈਗਾ ਜਦ ਕੀਨੀਆ ਨੂੰ ਗਏ ਸੀਗੀ? ਹਾਂਜੀ, ਮੈਨੂੰ ਥੋੜਾ ਯਾਦ ਹੈ ਕਿ ਜਿਹੜਾ ਖੋਇਆ ਮੌਸ ਹੁੰਦਾ ਸੀਗਾ ਨਾ ਉੱਥੇ ਕੀਨੀਆ ਵਿੱਚ। ਹਾਂਜੀ, ਉਹਦੇ 'ਤੇ ਮੋਹਰੇ ਸਾਨੂੰ ਲੈ ਕੇ ਗਏ ਸੀ ਸਕੂਲ ਵਾਲੇ ਨਾ। ਹਾਂਜੀ ਵੀਰ ਜੀ, ਥੋੜ੍ਹਾ ਜਿਹਾ ਉੱਚੀ ਬੋਲੋ ਪਲੀਜ਼। ਮੈਂ ਕਿਹਾ ਜਿਹੜਾ ਖੋਇਆ ਮੌਸ ਹੁੰਦਾ ਸੀਗਾ ਨਾ, ਹਾਂਜੀ, ਉੱਥੇ ਸਾਨੂੰ ਲੈ ਕੇ ਗਏ ਸੀ ਸਕੂਲ ਵਾਲੇ ਨਾ। ਅੱਛਾ ਜੀ। ਅਤੇ ਉਹ ਥੋੜਾ ਯਾਦ ਹੈ ਕਿ ਜਦੋਂ ਕੁਈਨ ਆਏ ਸੀ ਝੰਡੇ ਲਹਿਰਾਏ ਸੀ ਉੱਥੇ ਜਾ ਕੇ ਨਾ। ਅੱਛਾ ਜੀ। ਅਤੇ ਉਹ ਮੈਨੂੰ ਥੋੜਾ ਯਾਦ ਆਇਆ। ਮੈਂ ਕਿਹਾ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰ ਲਵਾਂ। ਹਾਂਜੀ ਠੀਕ ਆ ਜੀ। ਅਤੇ ਹੋਰ ਤੁਹਾਨੂੰ ਕੀ ਯਾਦ ਹੈ? ਤੁਸੀਂ ਅਫਰੀਕਾ ਵਿੱਚ ਕਿਹੜੀ ਜਗ੍ਹਾ 'ਚ ਹੁੰਦੇ ਸੀ? ਅਸੀਂ ਨੈਰੋਬੀ ਰਹਿੰਦੇ ਹੁੰਦੇ ਸੀ। ਨਜ਼ਾਰਾ ਸ਼ਾਮ ਸਿੰਘਾਂ ਦੀ ਉਹਦੇ ਕੋਲ ਸੀਗੇ। ਠੀਕ ਆ ਜੀ। ਜੀ। ਅਤੇ ਜਿਹੜਾ ਇਹ ਗਵਰਨਮੈਂਟ ਰੋਡ ਹੁੰਦੀ ਜਿੱਦ ਨੂੰ ਉਹ ਚਿੱਠੀਆਂ ਨਹੀਂ ਲੈਣ ਜਾਂਦੇ ਹੁੰਦੇ ਸੀਗੇ। ਹਾਂਜੀ, ਉਹਦਾ ਥੋੜਾ ਯਾਦ ਹੈ। ਹੁਣ ਤਾਂ ਬਹੁਤ ਚਿਰ ਹੋ ਗਿਆ ਵੈਸੇ, ਉਹ ਤੁਹਾਨੂੰ ਯਾਦ? ਹਾਂਜੀ, ਮੈਨੂੰ ਵੈਸੇ ਨੈਰੋਬੀ ਦਾ ਕੋਈ ਇਲਮ ਨਹੀਂ, ਕਿਉਂਕਿ ਮੇਰੇ ਪਿਤਾ ਜੀ ਰੇਲਵੇ 'ਚ ਹੁੰਦੇ ਸੀਗੇ। ਇਹ ਨਕੋਰੂ, ਐਲਡੋਰੇਟ, ਕਿਟਾਲੀ, ਨਜੋਰੋ, ਥੋਮਸਨ ਫਾਲਸ, ਇਹਨਾਂ ਜਗ੍ਹਾ 'ਤੇ ਸਾਡੇ ਜ ਕਾਫੀ ਹੈਗਾ। ਪਰ ਨੈਰੋਬੀ ਜਾਂਦੇ ਹੁੰਦੇ ਸੀ, ਸਾਡੇ ਉੱਥੇ ਗ੍ਰੈਂਡਫਾਦਰ ਹੁਣੀ ਰਹਿੰਦੇ ਹੁੰਦੇ ਸੀ, ਸਾਡੇ ਤਾਏ ਹੁਣੀ। ਨਜ਼ਾਰਾ ਹੋਟਲ ਦਾ ਤੁਹਾਨੂੰ ਪਤਾ ਕੁਛ? ਹਾਂਜੀ, ਨਜ਼ਾਰਾ ਹੋਟਲ ਜਿਹੜਾ ਹੁੰਦਾ ਸੀ? ਹਾਂ, ਸੁਣਿਆ ਜ਼ਰੂਰ ਹੈਗਾ, ਪਰ ਕਦੀ ਗਏ ਨਹੀਂ ਸੀ ਉੱਥੇ, ਕਿਉਂਕਿ ਉੱਥੇ ਛੱਪਾ ਕਾਫੀ ਹੁੰਦੀਆਂ ਸੀਗੀਆਂ। ਹਾਂਜੀ, ਅਤੇ ਸੁਣਿਆ ਕਾਫੀ ਮਸ਼ਹੂਰ ਹੁੰਦਾ ਸੀਗਾ। ਔਰ ਕਿਉਂਕਿ ਸਾਡੇ ਮੇਰੇ ਗ੍ਰੈਂਡਫਾਦਰ ਅਤੇ ਉਹਦੇ ਭਰਾ ਅਤੇ ਮੇਰੇ ਜੋ ਤਾਇਆ ਜੀ ਉੱਥੇ ਰਹਿੰਦੇ ਹੁੰਦੇ ਸੀ ਨੈਰੋਬੀ। ਉਹ ਜ਼ਰੂਰ ਗੱਲਬਾਤ ਕਰਦੇ ਹੁੰਦੇ ਸੀ ਜਦੋਂ ਵੀ ਕਿਤੇ ਮਿਲ ਜਾਂਦੇ। ਬਹੁਤ ਇੱਦਾਂ ਚੇਤਾਂ ਦਾ ਥੋੜ੍ਹਾ ਮੌਸਮ ਵੀ ਬਹੁਤ ਚੰਗਾ ਹੁੰਦਾ ਸੀਗਾ ਸਾਰਾ ਕੁਝ। ਪਰ ਫਿਰ ਇੱਥੇ ਆ ਗਏ, ਇੱਥੇ ਵਿੱਚ ਲਾਈਫ ਠੀਕ ਹੀ ਰਹੀ ਸਾਰੀ ਉਮਰ ਤਾਂ ਵੈਸੇ ਉੱਦਾਂ ਤਾਂ। ਹਾਂਜੀ ਹਾਂਜੀ। ਅਤੇ ਚਲੋ ਇੱਦਾਂ ਹੀ ਆ ਜੀ ਲਾਈਫ। ਓਕੇ ਜੀ, ਥੈਂਕ ਯੂ ਵੈਰੀ ਮਚ। ਇਹ ਸਨ ਦਰਸ਼ਨ ਸਿੰਘ ਸਲਾਹ ਤੋਂ। ਇਹਨਾਂ ਨੇ ਵੀ ਆਪਣੀ ਸੁਨਹਿਰੀ ਯਾਦ ਇੱਕ ਦੱਸੀ ਜਿਹੜੀ ਕਿ ਇਹ ਕੁਈਨ ਬਾਰੇ ਸੀ, ਕਿਉਂਕਿ ਇਹ ਕਹਿੰਦੇ ਛੋਟੇ ਹੁੰਦੇ ਸੀ ਔਰ ਜੋ ਉੱਥੇ ਖੋਜਾਂ ਦਾ ਕੋਈ ਮੇਰਾ ਖਿਆਲ ਹੈ ਦੱਸਿਆ ਇਹਨਾਂ ਨੇ ਸਕੂਲ ਹੁੰਦਾ ਸੀਗਾ, ਉਹ ਸਾਰੇ ਇਕੱਠੇ ਹੋ ਕੇ ਉਹਨੂੰ ਦੇਖਣ ਗਏ ਸੀਗੇ। ਤਾਂ ਇਸ ਤਰ੍ਹਾਂ ਉਦੋਂ ਕਿਉਂਕਿ ਇਸ ਤੋਂ ਬਾਅਦ ਵਿੱਚ ਇਹਨਾਂ ਦੀ ਜੋ ਸਿਸਟਰ ਹੈ ਮਾਰਗਰੇਟ, ਉਹ ਵੀ ਗਈ। ਹੈਲੋ ਜੀ, ਤੁਸੀਂ ਕੌਣ ਬੋਲ ਰਹੇ ਹੋ ਔਰ ਕਿੱਥੋਂ ਬੋਲ ਰਹੇ ਹੋ ਜੀ? ਹੈਲੋ ਭਾਜੀ, ਮੈਂ ਜਸਵਿੰਦਰ ਬੋਲਦੀ ਹਾਂ। ਹਾਂਜੀ, ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਹੈ, ਤੁਸੀਂ ਤਾਂ ਕਈ ਕੁਛ ਯਾਦ ਕਰਾਤਾ। ਹਾਂਜੀ, ਤੇ ਜਿੱਦਾਂ ਹਨਾ ਤੁਸੀਂ ਕਹਿੰਦੇ ਆ ਗੰਨੇ ਚੂਪਦੇ ਹੁੰਦੇ ਸੀਗੇ। ਹਾਂਜੀ, ਅਸੀਂ ਹਨਾ ਛੋਟੇ ਹੁੰਦੀਆਂ 3 ਭੈਣਾਂ, 2 ਮੇਰੀਆਂ ਕਜ਼ਨ, ਮੈਂ ਵੀ, ਅਸੀਂ ਚੱਲ ਜਾਣਾ ਖੂਹ ਤੇ।
ਖੂਹ ਤੇ ਜਾ ਕੇ ਨਾ ਅਸੀਂ ਭਾਜੀ ਨੂੰ ਕਹਿਣਾ ਗੰਨੇ ਸਾਨੂੰ ਲਿਆ ਦੇ ਤੋੜ ਕੇ। ਉਹਨੇ ਕਿੰਨੇ ਸਾਰੇ ਗੰਨੇ ਦੇ ਰਹੇ, ਅਸੀਂ ਜਿਉਂ ਬੈਠ ਕੇ ਚੁੱਪੀ ਜਾਣੇ ਉੱਥੇ ਸ਼ੈਲਕ ਖਿਲਾਰ ਦਿੰਦੇ ਸੀ ਹਨਾ। ਜਦੋਂ ਹਨਾ ਥੋੜਾ ਹੀ ਰਹਿ ਜਾਂਦੇ ਸੀ ਗੰਨੇ ਹੱਥ ਵਿੱਚ, ਜਿੱਦਾਂ ਛੋਟਾ ਟੋਟਾ ਰਹਿ ਗਿਆ, ਉਹ ਕਹਿੰਦਾ ਸੀ ਸਫਾਈ ਕਰੋ। ਅਸੀਂ ਪਤਾ ਕੀ ਕਰਦੇ ਸੀ, ਜਿਹੜੇ ਉਹ ਜਿੰਨਾ ਚੁੱਪਣਾ ਸੀ ਚੁੱਕ ਕੇ, ਬਾਕੀ ਲੁਕੋ ਕੇ, ਤਾਂ ਉਹ ਕਹਿੰਦੇ ਚੁੱਕੋ ਛਲਕੇ ਚੁੱਕੋ, ਅਸੀਂ ਨੱਠ ਜਾਂਦੇ ਸੀ ਪੈਨ ਨੂੰ। ਉਹ ਕਹਿੰਦੇ ਫੇਰ ਨਹੀਂ ਮਿਲਦੇ ਤੁਹਾਨੂੰ, ਤੁਸੀਂ ਫੇਰ ਖਲਾਰਾ ਪਾ ਕੇ ਜਾਂਦੇ ਆ। ਜਿਹੜੀਆਂ ਛੱਲੀਆਂ ਹੁੰਦੀਆਂ ਆ, ਭਾਜੀ ਤੂੰ ਨਹੀਂ ਲਾਉਂਦਾ ਹੁੰਦਾ ਸੀ ਛੱਲੀਆਂ ਦੀ ਖੂਹ ਤੇ ਹੈ ਨਾ, ਖੂਹ ਸਾਡੇ ਪਿੰਡ ਦੇ ਨਾਲ ਹੀ ਸੀ। ਤਾਂ ਅਸੀਂ ਨਾ ਛੱਲੀਆਂ ਚੱਬੀ ਜਾਣੀਆਂ ਭੁੰਨ ਕੇ, ਉਹ ਡੱਖਿਆਂ ਚ ਪਰੋ ਕੇ, ਜਿੱਦਾਂ ਸਟਿੱਕ ਜਿਹੀਆਂ ਹੁੰਦੀਆਂ ਲੋਹੇ ਦੀਆਂ, ਉਹ ਚ ਪਰੋ ਕੇ ਚੱਬੀ ਜਾਣੀਆਂ। ਤੇ ਉਹਨੇ ਕਹਿਣਾ ਜਿਹੜੇ ਹਨਾ ਉਹਨਾਂ ਦੇ ਵਿੱਚੋਂ ਵਿਚਲਾ ਪਾਰਟ ਹੁੰਦਾ ਹੈ, ਉਹ ਵੀ ਕਹਿਣਾ ਚੁੱਕੋ, ਤੇ ਨਾਲੇ ਜਿਹੜੀ ਇਹ ਅੱਗ ਦੀ ਸੁਆਹ ਹੈ ਇਹ ਵੀ ਤੁਸੀਂ ਬੁਝਾ ਕੇ ਤੇ ਚੁੱਕਣੀ ਪਾਣੀ ਪਾ ਕੇ। ਅਸੀਂ ਫੇਰ ਨਾਲ ਚੱਲਦੇ ਹੁੰਦੇ ਸੀਗੇ। ਇਹ ਯਾਦ ਆ ਗਈ ਮੈਨੂੰ ਤੁਹਾਡਾ ਪ੍ਰੋਗਰਾਮ ਸੁਣ ਕੇ ਹਨਾ। ਸੱਚੀ ਗੱਲ ਆ ਭਾਜੀ, ਉਹ ਕਈ ਯਾਦਾਂ ਠੀਕ ਆ, ਚੇਤਾ ਆ ਜਾਂਦਾ ਕਿਸੇ ਵੇਲੇ। ਚੇਤਾ ਹੁਣ ਜਦ ਤੁਸੀਂ ਗੱਲਾਂ ਕਰਦੇ ਸੀ, ਹੁਣ ਯਾਦ ਆ ਗਿਆ ਕਿੰਨੇ ਕਈ ਗੱਲਾਂ ਯਾਦ ਆ ਗਈਆਂ ਕਰਦੇ ਹੁੰਦੇ ਸੀਗੇ। ਜਿੱਦਾਂ ਉਹ ਲਾਈਫ ਵੱਖਰੀ ਆ ਹਨਾ, ਵੱਖਰੀ ਬਹੁਤ। ਉਹ ਇਹ ਜਿਹੜਾ ਸਮਾਂ ਬੀਤ ਗਿਆ ਨਾ, ਉਹ ਟਾਈਮ ਉਹ ਮੁੜ ਕੇ ਨਹੀਂ ਆਉਣਾ ਨਾ। ਸੱਚੀ ਗੱਲ, ਉਹ ਬਚਪਨ ਕਿੱਥੋਂ ਆਉਣਾ, ਜਵਾਨੀ ਕਿੱਥੋਂ ਆਉਣੀ, ਬੁੱਢੇ ਹੋ ਕੇ ਆਪੇ ਇੰਗਲੈਂਡ ਵਿੱਚ। ਏਦਾਂ ਦੀ ਗੱਲ ਆ। ਸੱਚੀ ਸੋਹਣਾ ਪ੍ਰੋਗਰਾਮ ਭਾਜੀ ਤੁਹਾਡਾ, ਬਹੁਤ ਵਧੀਆ। ਥੈਂਕ ਯੂ ਜੀ ਤੁਹਾਡਾ। ਏਦਾਂ ਹੀ ਆਉਂਦੇ ਰਿਹਾ ਕਰੋ, ਸਾਨੂੰ ਕੋਈ ਨਾ ਕੋਈ ਆਪਣੀ ਸੁਨਹਿਰੀ ਯਾਦ ਸਾਂਝੀ ਕਰਦੇ ਰਿਹਾ ਕਰੋ ਸਾਡੇ ਨਾਲ। ਤਾਂ ਤੁਹਾਡੀਆਂ ਕਾਲਸ ਦੇ ਨਾਲ ਹੀ ਸਾਡਾ ਪ੍ਰੋਗਰਾਮ ਬਣਦਾ ਜੀ। ਹਾਂਜੀ, ਔਰ ਇਹਨੇ ਬੀਬੀ ਉਹਨਾਂ ਨੇ ਦੱਸਿਆ ਆਪਣੇ ਜੋ ਛੱਲੀਆਂ ਭੁੰਨਦੇ ਹੁੰਦੇ ਸੀਗੇ, ਅਤੇ ਮੈਨੂੰ ਚੇਤਾ ਆ ਗਿਆ ਕਿ ਮੈਂ ਕਪੂਰਥਲੇ ਪੜ੍ਹਨ ਜਾਂਦਾ ਹੁੰਦਾ ਸੀਗਾ, ਅਤੇ ਸਾਡੇ ਪਿੰਡਾਂ ਵੱਲ ਕਾਫੀ ਟਿੱਬੇ ਹੁੰਦੇ ਸੀਗੇ, ਇਸ ਵਾਸਤੇ ਮੂੰਗਫਲੀ ਵਗੈਰਾ ਕਾਫੀ ਉੱਥੇ ਬੀਜੀ ਜਾਂਦੀ ਸੀ। ਅਤੇ ਜਦੋਂ ਮੂੰਗਫਲੀ ਪੱਟਦੇ ਹੁੰਦੇ ਸੀ ਤਾਂ ਉਹ 10-10 12-12 ਬੂਟੇ ਉਹਨਾਂ ਦੇ ਪੱਟ ਕੇ ਅਤੇ ਇੱਕ ਲਾਂਘਾ ਜਿਹਾ ਬਣਾ ਕੇ ਉਹਨੂੰ ਕਹਿੰਦੇ ਸੀ, ਉੱਥੇ ਰੱਖੇ ਹੁੰਦੇ ਸੀਗੇ। ਅਤੇ ਉਹ ਫਿਰ ਜਦੋਂ ਇਕੱਠੇ ਕਰਦੇ ਹੁੰਦੇ ਸੀ, ਜੋ ਸੁੱਕ ਜਾਂਦੇ ਸੀ ਉਦੋਂ ਇਕੱਠੇ ਕਰਦੇ ਸੀਗੇ, ਕਿਉਂਕਿ ਉਹਦਾ ਜੋ ਹਾਂਜੀ। ਚਲੋ ਇੱਕ ਕਾਲਰ ਜੁੜ ਚੁੱਕੇ ਹਨ ਅਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵੈਲਕਮ ਹੈ ਜੀ ਤੁਹਾਡਾ। ਤੁਸੀਂ ਕੌਣ ਬੋਲ ਰਹੇ ਹੋ ਔਰ ਕਿੱਥੋਂ ਬੋਲ ਰਹੇ ਹੋ? ਹੈਲੋ ਭਵਰਾ ਜੀ, ਮੈਂ ਤਰਸੇਮ ਬੈਡਫੋਰਡ ਤੋਂ ਤੁਹਾਡੇ ਪ੍ਰੋਗਰਾਮ 'ਤੇ ਸ਼ਾਮਿਲ ਹੋਇਆ। ਹਾਂਜੀ ਤਰਸੇਮ ਜੀ, ਵੈਲਕਮ ਹੈ ਜੀ ਤੁਹਾਡਾ। ਥੈਂਕ ਯੂ ਭਵਰਾ ਜੀ। ਅੱਜ ਕੱਲ੍ਹ ਪਾਊਂਡ ਦੀ ਕੀਮਤ ਬਹੁਤ ਹੀ ਘੱਟ ਗਈ ਹੈ ਭਵਰਾ ਜੀ, ਕੀ ਕਾਰਨ ਹੈ? ਅਗਰ ਕਿਸੇ ਸਰੋਤੇ ਨੂੰ ਇਨਫੋਰਮੇਸ਼ਨ ਦਾ ਪਤਾ ਹੋਵੇ ਤਾਂ ਜ਼ਰੂਰ ਦੱਸਣਾ, ਇਸ ਤੇ ਜ਼ਰੂਰ ਚੱਲਣਾ ਪਾਉਣਾ, ਮਿਹਰਬਾਨੀ ਹੋਵੇਗੀ। ਹੈ ਇੰਡੀਆ ਦੀ ਕਰੰਸੀ ਦੀ ਵੀ ਕਾਫੀ ਡਾਊਨ ਹੋ ਗਈ ਆ। ਕੀ ਇੰਗਲੈਂਡ ਦੀ ਕਰੰਸੀ ਇਤਨੀ ਡਾਊਨ ਹੋ ਕੀ ਕਾਰਨ ਕੀ ਹੋਇਆ? ਜਾਨੀ ਕਾਫੀ ਹੈਰਾਨੀ ਦੀ ਗੱਲ ਹੈ। ਹਾਂਜੀ ਤਰਸੇਮ ਜੀ, ਇਹਦਾ ਮੇਨ ਰੀਜ਼ਨ ਭਵਰਾ ਜੀ, ਕੁਈਨ ਦੀ ਆਯੂ ਉਸ ਵੇਲੇ 26 ਈਅਰ ਸੀਗੀ ਜਦੋਂ ਰਾਣੀ ਬਣੀ ਆ। ਤੇ ਉਸ ਵੇਲੇ ਮੈਂ ਵੀ ਅਫਰੀਕਾ ਵਿੱਚ ਹੀ, ਉੱਥੇ ਕੈਨੀਆ 'ਚ ਹੀ ਹਾਜ਼ਰ ਸੀਗਾ, ਤੇ ਕੋਰੋਨੇਸ਼ਨ ਵੀ ਅਸੀਂ ਉੱਥੇ ਕੈਨੀਆ 'ਚ ਹੀ ਸਿਨੇਮੇ ਜਾ ਕੇ ਦੇਖੀ ਸੀ। ਤਾਂ ਸਾਨੂੰ ਸਕੂਲੋਂ ਛੁੱਟੀ ਹੋ ਗਈ ਤਾਂ ਸਾਰੇ ਬੱਚੇ ਬੜੇ ਖੁਸ਼ ਹੋਏ, ਕਿਉਂਕਿ ਉਸ ਵੇਲੇ ਸਾਨੂੰ ਛੁੱਟੀ ਸੀਗੀ। ਹਾਂਜੀ, ਤੇ ਕਾਫੀ ਯਾਦਾਂ, ਸੁਨਹਿਰੀ ਯਾਦਾਂ ਆਈਆਂ ਨੇ। ਲਾਸਟ ਕੋਲਰ ਨੇ ਨੈਰੋਬੀ ਦੀ ਯਾਦ ਕਰਾਈ ਹੈ। ਨੈਰੋਬੀ ਇੱਕ ਸ਼ਾਨ ਸਿਨੇਮਾ ਹੁੰਦਾ ਸੀ, ਤੇ ਕਦੇ ਅਸੀਂ ਉੱਥੇ ਸਿਨੇਮਾ ਦੇਖਣ ਜਾਂਦੇ ਹੁੰਦੇ ਸੀ। ਨਗਾਰਾ ਹੋਟਲ ਵੀ, ਹੋਰ ਵੀ ਸਭ ਦੇਖਿਆ। ਨੈਰੋਬੀ ਦਾ ਇੱਕ ਸਿਟੀ ਪਾਰਕ ਹੁੰਦਾ ਸੀ, ਬੜਾ ਹੀ ਅੱਛਾ ਪਾਰਕ ਸੀ, ਉੱਥੇ ਅਸੀਂ ਕਾਫੀ ਵਿਜ਼ਿਟ ਕਰਦੇ ਹੁੰਦੇ ਸਨ। ਬਹੁਤ ਹੀ ਸੋਹਣੀਆਂ ਸੁਨਹਿਰੀ ਯਾਦਾਂ ਯਾਦ ਆਈਆਂ। ਤਰਸੇਮ ਜੀ, ਮੈਨੂੰ ਇੱਕ ਗੱਲ ਦੱਸਦੇ ਜਾਓ, ਤੁਸੀਂ ਕਿਹਾ ਉੱਥੇ ਇੱਕ ਹੁੰਦਾ ਸੀਗਾ, ਸਿਨੇਮਾ ਹੁੰਦਾ ਸੀਗਾ, ਵੀ ਸਿਨੇਮਾ ਦੇਖਣ ਘਰਦਿਆਂ ਨੂੰ ਦੱਸ ਕੇ ਜਾਂਦੇ ਹੁੰਦੇ ਸੀ ਕਿ ਚੋਰੀ ਜਾਂਦੇ ਹੁੰਦੇ ਸੀ? ਕਦੇ ਬਿਨਾਂ ਦੱਸੇ ਤੇ ਵੀ ਦੌੜ ਜਾਂਦੇ ਹੁੰਦੇ ਸਨ। ਹਾਂਜੀ, ਉਹ ਨਜ਼ਾਰਾ ਹੋਰ ਹੀ ਹੁੰਦਾ ਸੀ ਜਦੋਂ ਘਰ ਦੇ ਚੋਰੀ ਜਾਣਾ ਸਿਨੇਮਾ ਦੇਖਣਾ। ਵਾਕਿਆ ਹਾਂਜੀ। ਓਕੇ ਜੀ, ਥੈਂਕ ਯੂ ਜੀ, ਬਹੁਤ ਅੱਛਾ ਜਾ ਰਿਹਾ। ਕੀਪ ਇਟ ਅਪ, ਬਾਏ। ਥੈਂਕ ਯੂ ਜੀ। ਵੀਰ ਜੀ, ਪ੍ਰੋਗਰਾਮ ਜਿੰਨੇ ਵੀ ਨਾ ਤੁਹਾਡੇ ਸਾਰਿਆਂ ਦੇ ਕਾਲਰਾਂ ਦੇ ਸਿਰ 'ਤੇ ਹੁੰਦਾ, ਤੁਸੀਂ ਇਸ ਨੂੰ ਅੱਛਾ ਬਣਾਉਂਦੇ ਹੋ, ਅਤੇ ਬੜਾ ਅੱਛਾ ਲੱਗਦਾ ਹੈ ਜਦੋਂ ਆਪਣੀਆਂ ਤੁਸੀਂ ਸੁਨਹਿਰੀ ਯਾਦਾਂ ਸਾਡੇ ਨਾਲ ਸਾਂਝੀਆਂ ਕਰਦੇ ਹੋ। ਤਾਂ ਤਰਸੇਮ ਹੁਣਾਂ ਨੇ ਬੈਡਫੋਰਡ ਤੋਂ ਸਾਡੇ ਨਾਲ ਇੱਕ ਕੁਐਸਚਨ ਪਾਤਾ, ਕਹਿੰਦੇ ਕਿ ਪਾਊਂਡ ਦੀ ਵੈਲਿਊ ਕਿਉਂ ਘਟਦੀ ਜਾ ਰਹੀ ਹੈ,
और जिथे तक मेरा सवाल है कि मैं शायद इसका जवाब पिछले ऐतवार अपने वर्ल्ड न्यूज़ भी दिता सीगा, क्योंकि जो अपनी जो पॉलिसीज़ चल रही हैं गवर्नमेंट दियां इस वेले हर एक चीज़ कट कर रहे हैं इसका इफैक्ट साड़ी जो पाउंड की इन्ना गिर गया है कि तकरीबन पिछले ऐतवार पाउंड का जो डॉलर का इक्विवेलेंट सीगा 1.09 डॉलर्स सीगा एक पाउंड का, जिहड़ा कि अगे तकरीबन इस तो पहला अगर देखा जाए कि 1.6 डॉलर्स ਜਾਂ कुछ इदा सीगा। और एट द मोमेंट यदी प्राइस इन्नी गिर चुकी है कि होर बाकी दे जिस तरह के ला लो चलो अपना इंडियन रुपया देख लो कि ਉਹਦਾ ਜਿਹੜਾ कि एक पाउंड का 100 रुपया ਹੁੰਦਾ ਸੀ ਜਾਂ 101 रुपया ਹੁੰਦਾ ਸੀ ਜਾਂ 99 रुपये ਹੁੰਦੇ ਸੀ। और उससे अगर मैं गलत ना होवां तो हुण रुपये एक पाउंड का तकरीबन 84 रुपए या 85 रुपए पा है। इसका मतलब है कि साडा जो पाउंड है वो काफ़ी गिर चुका है। तो साडे नाल एक होर कॉलर जुड़ चुके हैं, उन्होंने गलबात करते हैं। वेलकम है जी तुहाडा, तुसीं कौन बोल रहे हो और कितों बोल रहे हैं? हाँ जी, सत्कारयोग वीर जी, सिमरजीत कौर चाल बोलती है। हाँ जी बीबी सिमरजीत चाल जी, सुनाओ की हाल चाल है? हाँ शुक्र है वीर जी, जो भी श्रोते प्रोग्राम के नाल जुड़े सारे जय गुरदेव। धन गुरदेव जी, तुहानू जय गुरदेव जी। सारे भैन भरा बहुत अच्छे विचार दे के गए जी जी। देखो बड़ा चिर होया सीगा वो जेड़ा शिक्षा सीगा ओदा चेता कराता हाँ जी हाँ जी, चेता बिल्कुल ही भुलिया सीगा। शिक्षे नाल रोटी खांदे हुंदे सी। बिल्कुल जी। हाँ जी हाँ जी, खट मिठा जिहा हुंदा सीगा जी जी जदों वो खाना जानी कि। हाँ जी हाँ जी हाँ जी। ते होर भी सारियां जानी जिन्ने भी कॉलर आए हैं बहुत अच्छे विचार दे के गए हैं। हाँ जी। ते क्वीन देखो 26 साल की सीगी, 21 अप्रैल ते 1926 नूं बनी सीगी। हाँ जी हाँ जी मेरा हाल नहीं वो 26 ਦਾ ਤਾਂ ਜਨਮ ਹੈ ਉਹਦਾ। 26 ਦਾ ਜਨਮ ਹੈ। ਹਾਂ ਜੀ ਜਨਮ ਹੈ ਤਾਂ 52 ਨੂੰ 1952 ਦੇ ਵਿੱਚ ਉਹ ਕੁਈਨ ਬਣੀ ਸੀ। ਕੁਈਨ ਬਣੀ ਸੀ। ਹਾਂ ਜੀ ਠੀਕ ਹੈ। ਹਾਂ ਜੀ ਤੇ ਹੁਣ 70 ਸਾਲ ਹੋ ਗਏ ਉਹਨੂੰ। 70 ਸਾਲ ਹੋ ਗਏ ਤੇ ਉਦੋਂ ਉਹਨਾਂ ਦੀ ਏਜ 26 ਸਾਲ ਦੀ ਸੀਗੀ। ਹਾਂ ਜੀ ਉਹਨਾਂ ਦੀ ਉਮਰ ਵੀ। ਹਾਂ ਜੀ 21 ਅਪ੍ਰੈਲ ਤੇ 1926 ਦਾ ਤਾਂ ਉਹਦਾ ਜਨਮ ਹੈ। ਹਾਂ ਜੀ ਬਿਲकुल 21 ਅਪ੍ਰੈਲ ਜੀ ਜੀ। ਤੇ ਠੀਕ ਹੈ ਵੀਰ ਜੀ, ਬਹੁਤ ਅੱਛੇ ਕੰਮ ਕਰਕੇ ਗਈ ਹੈਗੀ ਉਹ। हाँ जी बिल्कुल जी, उन्हें किसी ने हाले तक कोई इहो जी गल हाले दसी नहीं भी जिहदा करके किसी नूं उहदे नाल नाराज़गी होवे जां गुस्सा होवे जां उन गलत साबित कीता जावे। हाँ जी, कौम ही जिहड़ी सारी कौम सी उहदे बच्चे सीगे सारिआं नूं खुश रखिआ सीगा। बिल्कुल जी बिल्कुल। हाँ जी। ते क्योंकि आपां नूं ते इन्नियां सहूलतां दित्तियां उहदे राज दे विच मिलियां, सानूं मौज करदे आपां किद्दां कह सकदे हां माड़ी? नहीं जी, ਉਹਨੇ ਮੰਗਾਇਆ ਤਾਂ ਅਸੀਂ ਆਏ ਆ। ਬਿਲਕੁਲ ਜੀ ਬਿਲਕੁਲ। ਹਾਂ ਜੀ ਕਿੱਥੋਂ ਆਉਣਾ ਸੀ ਇੱਥੇ? ਹਾਂ ਜੀ ਹਾਂ ਜੀ। ਤੇ ਮੈਂ ਵੀਰ ਜੀ ਗਜ਼ਲ ਬਾਲਾਵਾਂ। ਹਾਂ ਜੀ। ਅਸੀਂ ਆਪਣੇ ਹੱਥੀ ਆਪਣੇ ਆਪ ਨੂੰ ਫਾਈਆਂ ਪਾ ਬੈਠੇ ਜੀ ਜੀ। ਲੱਖਾਂ ਪੌਂਡ ਕਮਾ ਕੇ ਵੀ ਦੁਆਨੀ ਦਾ ਮੁੱਲ ਪਾ ਬੈਠੇ ਜੀ ਜੀ। ਜੇ ਕਮਾਈ ਮਾੜੀ ਤੇ ਲਾਈ ਉਹ ਵੀ ਅੱਜ ਫੇਰ ਕੰਮ ਨਾ ਆਈ ਜੀ ਜੀ। ਬੁੱਢੇ ਹੋ ਕੇ ਖੁੰਡੀ ਫੜ ਕੇ ਪਾਰਕ ਦੇ ਬੈਂਚਾਂ ਤੇ ਜਾ ਬੈਠੇ ਜੀ ਜੀ। ਬੁੱਢੇ ਹੋ ਕੇ ਖੁੰਡੀ ਫੜ ਕੇ ਪਾਰਕ ਦੇ ਬੈਂਚਾਂ ਤੇ ਜਾ ਬੈਠੇ। ਹਾਂ ਜੀ। ਮਾਈਂਡ ਯੂ ਆਰ ਔਨ ਬਿਜ਼ਨਸ ਕਹਿ ਕੇ ਧੀਆਂ ਪੁੱਤਰ ਚੁੱਪ ਕਰਾਉਂਦੇ ਨੇ ਜੀ ਜੀ। ਉਹਨਾਂ ਬੇਕਦਰਾਂ ਉੱਤੇ ਸਾਰੀ ਉਮਰ ਕਮਾਈ ਲਾ ਬੈਠੇ। ਹਾਂ ਜੀ। ਉਹਨਾਂ ਬੇਕਦਰਾਂ ਉੱਤੇ ਸਾਰੀ ਉਮਰ ਕਮਾਈ ਲਾ ਬੈਠੇ। ਹਾਂਜੀ। ਬੁੱਢੀ ਵੀ ਤੇ ਸਾਡੀ ਹੁਣ ਵਜ਼ੀਰ ਬਣ ਕੇ ਬਹਿ ਗਈ ਏ ਜੀ ਜੀ। ਉਸ ਦੇ ਨਾਂ ਇੱਕ ਕੋਠਾ ਲਾ ਕੇ ਗਲ ਨੂੰ ਪਟਾ ਪਾ ਬੈਠੇ ਜੀ ਜੀ। ਦੇਸ਼ ਨੂੰ ਛੱਡ ਪਰਦੇਸ ਜੋ ਆਏ। ਹਾਂਜੀ। ਦੇਸ਼ ਨੂੰ ਛੱਡ ਪਰਦੇਸ ਜੋ ਆਏ ਰੰਗ ਤਾਂ ਚੋਖਾ ਚੜ੍ਹਨਾ ਹੀ ਸੀ ਜੀ ਜੀ। ਬਲੈਤੀ ਬਣ ਆਏ ਸਾਂ ਅੱਜ ਬਲੈਤ ਦਾ ਹੀ ਮੁੱਲ ਵੀ ਪਾ ਬੈਠੇ ਜੀ ਜੀ। ਹਾਂਜੀ। 5-6 ਧੀਆਂ ਪੁੱਤਰਾਂ ਦਾ ਵੀ ਪਿਓ ਅੱਜ ਕੱਲਾ ਰਹਿ ਗਿਆ ਏ। ਹਾਂਜੀ। 5-6 ਧੀਆਂ ਪੁੱਤਰਾਂ ਦਾ ਵੀ ਪਿਓ ਅੱਜ ਕੱਲਾ ਰਹਿ ਗਿਆ ਏ। ਸਹੀ ਗੱਲ। ਸਭ ਪਖੇਰੂ ਉੱਡ ਗਏ ਨੇ ਜੀ ਜੀ। ਸਭ ਪਖੇਰੂ ਉੱਡ ਗਏ ਨੇ ਅੱਜ ਆਪਣੇ ਆਲ੍ਹਣੇ ਪਾ ਬੈਠੇ ਜੀ ਜੀ।
ਅੱਜ ਆਪਣੇ ਆਲ ਨੇ ਪਾ ਬੈਠੇ ਇਹ ਜਾਨੀ ਕਿ ਹੁਣ ਦੀ ਆ ਜਿਹੜੀ ਕਿ ਸਾਡੇ ਨਾਲ ਹੁੰਦੀ ਬੀਤਦੀ ਗੱਲ ਆ ਵੀ ਹਾਂਜੀ ਹਾਂਜੀ ਤੇ ਟਾਈਮ ਦੇਣ ਦਾ ਬਹੁਤ ਬਹੁਤ ਧੰਨਵਾਦ ਤੇ ਜੈ ਗੁਰਦੇਵ। ਥੈਂਕ ਯੂ ਬੀਬੀ ਜੀ, ਧੰਨ ਗੁਰਦੇਵ ਜੀ। ਇਹ ਸਨ ਸਾਡੇ ਬੀਬੀ ਸਿਮਰਜੀਤ ਚਾਹਲ ਜੀ। ਇਹਨਾਂ ਨੇ ਇੱਕਦਮ ਸੱਚਾਈ ਬਿਆਨ ਕਰ ਦਿੱਤੀ ਕਿ ਅੱਜ ਕੱਲ੍ਹ ਬੱਚੇ ਵੀ ਕਹਿੰਦੇ ਮਾਈਂਡ ਯੂਰ ਓਨ ਬਿਜ਼ਨਸ। ਤੇ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਆਪੋ ਆਪਣੇ ਆਲਣੇ ਪਾ ਕੇ ਬੈਠੇ, ਆਪੋ ਆਪਣੇ ਘਰ ਖਰੀਦ ਕੇ ਬੈਠੇ ਹਨ, ਜੁਦੇ ਜੁਦੇ ਕੱਲੇ ਔਰ ਮਾਂ ਬਾਪ 5-6 ਪੁੱਤਰਾਂ ਦਾ ਧੀਆਂ ਦਾ ਮਾਂ ਬਾਪ ਜੋ ਹੈ ਉਹ ਵੀ ਅੱਜ ਕੱਲੇ ਹੀ ਹਨ। ਅਤੇ ਇਸ ਕੰਟਰੀ ਜਿਸ ਮੁਲਕ ਦੇ ਵਿੱਚ ਤੁਸੀਂ ਰਹਿੰਦੇ ਹੋ ਉਸ ਦੇ ਵਾਤਾਵਰਣ ਦਾ ਇਫੈਕਟ ਤਾਂ ਫਿਰ ਵੀ ਪੈ ਹੀ ਜਾਂਦਾ ਹੈ। ਜਦੋਂ ਬੱਚੇ ਇੱਥੇ ਸਕੂਲ ਪੜ੍ਹਨ ਜਾਂਦੇ ਹਨ, ਇੱਥੇ ਹੀ ਸਭ ਕੁਝ ਕਰਦੇ ਹਨ, ਪੜ੍ਹਾਈ ਲਿਖਾਈ ਜੋਬਾਂ ਵੀ ਕਰਦੇ ਹਨ, ਜੰਮਪਲ ਵੀ ਇੱਥੇ ਦੇ ਹਨ। ਅਤੇ ਜੋ ਇਹਨਾਂ ਨੂੰ ਸਕੂਲ ਦੇ ਵਿੱਚ ਚੀਜ਼ਾਂ ਦੱਸੀਆਂ ਜਾਂਦੀਆਂ ਹਨ ਉਹਨਾਂ ਥੋੜ੍ਹਾ ਬਹੁਤਾ ਫਰਕ ਤਾਂ ਪੈਂਦਾ ਹੈ। ਅਤੇ ਭਾਵੇਂ ਆਪਾਂ ਬੱਚਿਆਂ ਨੂੰ ਕਿੰਨਾ ਵੀ ਘਰ ਸਮਝਾ ਲਈਏ ਪਰ ਉੱਥੇ ਗੱਲ ਨਹੀਂ ਬਣਦੀ। ਅਤੇ ਇੱਕ ਹੋਰ ਕਾਲਰ ਸਾਡੇ ਨਾਲ ਜੁੜ ਚੁੱਕੇ ਹਨ। ਵੈਲਕਮ ਹੈ ਜੀ ਤੁਹਾਡਾ। ਤੁਸੀਂ ਕੌਣ ਬੋਲ ਰਹੇ ਹੋ ਔਰ ਕਿੱਥੋਂ ਬੋਲ ਰਹੇ ਹੋ? ਹਰਭਜਨ ਕੌਰ ਬੋਲ ਰਹੀ ਹਾਂ ਜੀ। ਹਾਂਜੀ ਹਰਭਜਨ, ਹਾਂਜੀ। ਵਾਹਿਗੁਰੂ ਰਹਿਮ ਕਰੇ। ਅੱਛਾ, ਤੇ ਮੈਂ ਨਹੀਂ ਕਹਿ ਰਹੀ, ਗੋਰਖਨਾਥ ਜੀ ਕਹਿ ਰਹੇ ਨੇ ਜੀ ਜਗ ਮਿਲੇ ਤੂੰ ਮਾਈ ਤੇ ਬਾਪ ਨੂੰ ਬੱਚਾ, ਮਾਪੇ ਹੋਣ ਜਾਂ ਸੱਪ ਦੇ ਨੇਸ਼ ਭਾਵੇਂ, ਜਿਨ੍ਹਾਂ ਮਾਈ ਤੇ ਬਾਪ ਦੀ ਕਰੀ ਸੇਵਾ ਉਹਨਾਂ ਪਾ ਲਿਆ ਜਨਮ ਬਨੀਸ਼ ਬੱਚਾ। ਜੀ ਭਾਵੇਂ ਦੁੱਧ ਸਾਂ ਭਾਵੇਂ ਪਾਲਸਾਂ ਦੁੱਧ ਦੀਆਂ ਦੰਦੀਆਂ ਦਾ, ਮਾਈ ਬਾਪ ਦਾ ਫਰਜ਼ ਵੀ ਜਾਣ ਦੀ ਤਮਤਰੇਈ ਮਾਂ ਸੀ, ਹੱਥ ਪੈਰ ਵਡਾ ਦਿੱਤੇ ਸਨ। ਭਾਵੇਂ ਬਾਲਸਾਂ ਦੁੱਧ ਦੀਆਂ ਦੰਦੀਆਂ ਦਾ, ਨਾਥਾ ਮਾਈ ਬਾਪ ਦਾ ਫਰਜ਼ ਵੀ ਜਾਣ ਲਿੱਤਾ। ਜੋਗ ਲੱਗਦਾ ਠੰਡੜਾ ਠਾਰ ਨਾਥਾ, ਕੰਨੀ ਕੱਟ ਕੇ ਮੁੰਦਰਾ ਜੋਗ ਦੇ ਹੁਣ ਜਾਮਨਾ ਨਹੀਂ ਮੁੜ ਉੱਥੇ ਨਾਥਾ, ਪੌਣਾ ਪਿਆਰ ਨਾ ਗੰਦੀਆਂ ਵਹਿਣੀਆਂ ਚ, ਜਿਨ੍ਹਾਂ ਬਾਗ ਹਿੱਸਤ ਦੀ ਸੈਲ ਕੀਤੀ, ਨਹੀਂ ਭਾਲਦੇ ਅੰਬ ਅਚਾਰੀਆਂ ਨੂੰ, ਬੂਹੇ ਸਵਰਗ ਦੇ ਜਿਨ੍ਹਾਂ ਨੂੰ ਵਾਹ ਆਈ, ਪੀੜ ਛੱਡਦੇ ਨਰਕ ਦੀਆਂ ਬਾੜੀਆਂ ਨੂੰ, ਜਿਨ੍ਹਾਂ ਨਾਮ ਮਹਿਬੂਬ ਦੀ ਚੜੀ ਮਸਤੀ, ਨਹੀਂ ਭਾਲਦੇ ਰੰਗ ਲਲਾਰੀਆਂ ਨੂੰ, ਜਿਨ੍ਹਾਂ ਫੁੱਲਾਂ ਦੀ ਜਿਨ੍ਹਾਂ ਨੂੰ ਖੋਲਿਆ ਆਈ, ਨਹੀਂ ਖੋਲਦੇ ਅਤਰ ਪਟਾਰੀਆਂ ਨੂੰ। ਅੱਛਾ ਜੀ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ। ਥੈਂਕ ਯੂ ਜੀ। ਐਸਨ ਬੀਬੀ ਜੀ, ਇਹਨਾਂ ਨੇ ਹਰਬੰਸ ਕੌਰ ਜੀ ਬੜਾ ਹੀ ਪਿਆਰੀ ਇਹਨਾਂ ਨੇ ਇੱਕ ਕਵਿਤਾ ਪੜ੍ਹੀ ਹੈ। ਥੋੜ੍ਹਾ ਜਿਹਾ ਫਾਸਟ ਸਨ ਪਰ ਅਗਰ ਤੁਸੀਂ ਦਿਮਾਗ ਕੁੱਟ ਕੇ ਸੁਣਦੇ ਤਾਂ ਵਿੱਚ ਕਈ ਕੁਛ ਕਹਿ ਗਏ ਹਨ, ਬੜਾ ਅੱਛਾ ਲੱਗਾ। ਹਾਂਜੀ, ਔਰ ਸਾਡਾ ਟੈਲੀਫੋਨ ਨੰਬਰ ਹੈ 030077022246 ਅਤੇ ਟਾਈਮ ਵੀ ਸਾਡਾ ਤਕਰੀਬਨ 12-13 ਮਿੰਟ ਹੀ ਰਹਿ ਗਿਆ ਹੈ। ਅਤੇ ਆਓ ਔਰ ਤੁਸੀਂ ਵੀ ਆਪਣੀ ਕੋਈ ਨਾ ਕੋਈ ਗੱਲਬਾਤ ਸਾਂਝੀ ਕਰੋ। ਔਰ ਮੈਂ ਇੱਕ ਕਾਲਰ ਤੋਂ ਪਹਿਲਾਂ ਇੱਕ ਦੱਸ ਰਿਹਾ ਸੀਗਾ ਕਿ ਸਾਡੇ ਪਿੰਡਾਂ ਦੇ ਵਿੱਚ, ਪਿੰਡਾਂ ਦੇ ਲਾਗੇ ਹੁਣ ਤਾਂ ਨਹੀਂ, ਹੁਣ ਤਾਂ ਤਕਰੀਬਨ ਸਾਰੀ ਜ਼ਮੀਨ ਚਾਹੀ ਬਣੀ ਹੋਈ ਹੈ। ਉਹਨਾਂ ਦਿਨਾਂ ਦੇ ਵਿੱਚ ਕਾਫੀ ਉੱਥੇ ਟਿੱਬੇ ਹੁੰਦੇ ਸਨ, ਰੇਤਾ ਹੁੰਦੀ ਸੀ ਔਰ ਉੱਥੇ ਦੇ ਜੋ ਟਿੱਬਿਆਂ ਦੇ ਵਿੱਚ ਜੋ ਫਸਲ ਹੁੰਦੀ ਸੀ ਉਹ ਸੀ ਮੂੰਗਫਲੀ ਦੀ ਫਸਲ ਹੁੰਦੀ ਸੀ। ਜਦੋਂ ਉਹਨੂੰ ਮੂੰਗਫਲੀ ਨੂੰ ਜਦੋਂ ਪੱਕ ਜਾਂਦੀ ਸੀ ਉਹਨੂੰ ਪੱਟਿਆ ਜਾਂਦਾ ਸੀਗਾ ਔਰ ਉਹਨਾਂ ਦੇ ਜੋ ਬੂਟਿਆਂ ਦੇ ਇਕੱਠੇ ਕਰਕੇ ਲਾਂਘੇ ਬਣਾ ਕੇ 8-8 10-10 ਬੂਟਿਆਂ ਦੇ ਰੱਖੇ ਜਾਂਦੇ ਸੀ ਤਾਂ ਇਹ ਸੁੱਕ ਜਾਣ ਅਤੇ ਜੋ ਇਹਨਾਂ ਦੀ ਉਹ ਹਰੀਆਂ ਜੋ ਪੱਤੀਆਂ ਸਨ ਉਹ ਸੁੱਕ ਜਾਂਦੀਆਂ ਸਨ ਉੱਥੇ ਹੀ। ਔਰ ਉਹਨਾਂ ਨੂੰ ਫਿਰ ਚੱਕ ਕੇ ਉਹਨਾਂ ਨੂੰ ਜੋ ਡੋਡੀਆਂ ਹੁੰਦੀਆਂ ਸਨ ਉਹਨਾਂ ਤੋਂ ਲਾਹ ਲਈਆਂ ਜਾਂਦੀਆਂ ਸਨ, ਮੂੰਗਫਲੀ ਦੀਆਂ ਜੋ ਡੋਡੀਆਂ ਸੀ। ਪਰ ਕਿਸੇ ਵੇਲੇ ਕਈ ਉੱਥੇ ਜਦੋਂ ਖੇਤਾਂ ਦੇ ਵਿੱਚ ਹੁੰਦੇ ਸਨ 2-4 ਲਾਂਘੇ ਰੱਖ ਕੇ ਉਹਨੂੰ ਜਦੋਂ ਉਹ ਸੁੱਕੇ ਹੋਏ ਹੁੰਦੇ ਸਨ ਉਹਨਾਂ ਨੂੰ ਅੱਗ ਲਾ ਦੇਣੀ ਤਾਂ ਹੋਲਾਂ ਕਰਕੇ ਖਾਣੀਆਂ ਤਾਂ ਬੜੀਆਂ ਹੀ ਅੱਛੀਆਂ ਲੱਗਦੀਆਂ ਹੁੰਦੀਆਂ ਸਨ। ਔਰ ਜਦੋਂ ਪਹਿਲਾਂ ਹੀ ਪਤਾ ਲੱਗ ਜਾਂਦਾ ਸੀਗਾ ਕਿ ਜਦੋਂ ਕੋਈ ਪਿੰਡ ਵੱਲ ਨੂੰ ਆਉਂਦਾ ਹੈ ਜੇ ਤਾਂ ਉਹਦਾ ਮੂੰਹ ਮਾਂ ਲਿਬੜਿਆ, ਹੱਥ ਉੱਤੇ ਲਿਬੜਿਆ, ਕਾਲਾ ਕਾਲਾ ਹੋਇਆ ਅਤੇ ਵੀ ਇਹ ਹੌਲਾ ਝੱਬ ਕੇ ਆਇਆ। ਔਰ ਇਸੇ ਨਾਲ ਕਈ ਹਾਦਸੇ ਵੀ ਹੋ ਜਾਂਦੇ ਸੀ। ਕਈ ਵਾਰੀ ਅਗਰ ਕਿਸੇ ਨੇ ਜਦੋਂ ਉਹ ਲਾਂਘਿਆਂ ਨੂੰ ਅੱਗ ਲਾ ਕੇ ਹੋਲਾਂ ਕੀਤੀਆਂ ਹੋਈਆਂ ਹੁੰਦੀਆਂ ਸਨ, ਅਗਰ ਚੰਗੀ ਤਰ੍ਹਾਂ ਉਹ ਅੱਗ ਨਹੀਂ ਬੁਝਾਈ ਤਾਂ ਉਹੀ ਅੱਗ ਅਗਰ ਕਿਤੇ ਹਵਾ ਦੇ ਨਾਲ ਸੁਲਗਦੀ ਫੇਰ ਲੱਗ ਜਾਂਦੀ ਸੀਗੀ ਤਾਂ ਜੋ ਹੋਰਨਾਂ ਲਾਂਘਿਆਂ ਨੂੰ ਲੱਗ ਜਾਂਦੀ ਸੀ,
ਜਾਂ ਫਿਰ ਉੱਥੇ ਹੋਰ ਕੋਈ ਚੀਜ਼ ਜੋ ਭਰੀਆਂ ਭੁਰੀਆਂ ਰੱਖੀਆਂ ਹੁੰਦੀਆਂ ਸਨ, ਕਾਨੇ ਦੇ ਪੂਲੇ ਰੱਖੇ ਹੋਏ ਹੁੰਦੇ ਸਨ, ਕਈਆਂ ਨੇ ਬਾਲਣ ਹੁੰਦਾ ਸੀ, ਉੱਥੇ ਜਾ ਪੈਂਦੀ ਸੀ ਤਾਂ ਬੜਾ ਕਾਫੀ ਨੁਕਸਾਨ ਹੋ ਜਾਂਦਾ ਸੀਗਾ। ਅਤੇ ਇਸ ਬਾਰੇ ਵੀ ਕਾਫੀ ਲੋਕਾਂ ਨੂੰ ਖਿਆਲ ਰੱਖਣਾ ਪੈਂਦਾ ਸੀਗਾ। ਔਰ ਮੈਨੂੰ ਪਤਾ ਕਿ ਕਾਫੀ ਚਿਰਾਂ ਦੀ ਗੱਲ ਹੈ, ਮੇਰੇ ਖਿਆਲ 1963 ਦੀ ਹੋਣੀ ਜਾਂ 64 ਦੀ ਹੋਣੀ, ਅਸੀਂ ਇੰਡੀਆ ਦੇ ਵਿੱਚ ਹੀ ਹੁੰਦੇ ਸਨ। ਅਤੇ ਮੈਂ ਸਕੂਲੇ ਪੜ੍ਹਨ ਜਾਂਦਾ ਹੁੰਦਾ ਸੀਗਾ ਟਪਈ ਕੋਟ ਦੇ ਲਾਗਦੀ ਉਹਨਾਂ ਦੇ ਪਿੰਡਾਂ ਵਿੱਚ ਸੀ। ਤਾਂ ਉੱਥੇ ਗਰਮੀਆਂ ਦੇ ਦਿਨ ਸਨ, ਕਣਕ ਵੱਢੀ ਸੀਗੀ, ਅਤੇ ਕਣਕ ਦੇ ਵੀ ਜਦੋਂ ਕਿਸੇ ਵੇਲੇ ਛੋਲੇ ਵਿੱਚ ਬੀਜੇ ਹੁੰਦੇ ਸਨ, ਉਹਨਾਂ ਦੇ ਵੀ ਹੌਲਾਂ ਕਰਨ ਦਾ ਔਰ ਬਣਾਉਣ ਦਾ ਔਰ ਚੱਬਣ ਦਾ ਕਾਫੀ ਮਜ਼ਾ ਆਉਂਦਾ ਹੁੰਦਾ ਸੀਗਾ। ਔਰ ਉੱਥੇ ਕਿਸੇ ਨੇ ਉਹ ਛੋਲਿਆਂ ਦੇ 2 ਲਾਂਘੇ ਚੱਕ ਕੇ ਅਤੇ ਹੌਲਾਂ ਕੀਤੀਆਂ, ਆਪ ਉਹ ਖਾ ਪੀ ਕੇ ਹੌਲਾਂ ਚੱਬ ਚੁੱਬ ਕੇ ਅਤੇ ਇੱਕ ਦਾ ਪਾਣੀ ਦਾ ਗਲਾਸ ਕੋ 'ਤੇ ਪੀਤਾ ਹੋਗਾ ਚਲੇ ਗਏ। ਔਰ ਬਾਅਦ ਦੇ ਵਿੱਚ ਜਦੋਂ ਉਹ ਕੁਛ ਮੀਲ ਅੱਗੇ ਗਏ ਤਾਂ ਪਿੱਛੇ ਉਹਨਾਂ ਨੇ ਮੁੜ ਕੇ ਦੇਖਿਆ ਕਿ ਉਹ ਕਿਤੇ ਹਵਾ ਚੱਲੀ ਤਾਂ ਉੱਥੇ ਜੋ ਭਰੀਆਂ ਲੱਗੀਆਂ ਸੀ, ਸਟੈਕ ਕੀਤੀਆਂ ਸੀਗੀਆਂ, ਉੱਥੇ ਝਾਕ ਲੱਗੇ ਅਤੇ ਉੱਥੇ ਅੱਗ ਲੱਗ ਗਈ ਅਤੇ ਇੱਦਾਂ ਕਾਫੀ ਭਾਰੀ ਨੁਕਸਾਨ ਹੋ ਗਿਆ ਸੀ। ਤਾਂ ਇੱਕ ਸਾਡੇ ਨਾਲ ਕਾਲਰ ਹੋਰ ਜੁੜ ਚੁੱਕੇ ਹਨ, ਵੈਲਕਮ ਹੈ ਜੀ ਉਹਨਾਂ ਦਾ। ਅਤੇ ਤੁਸੀਂ ਕੌਣ ਬੋਲ ਰਹੇ ਹੋ ਔਰ ਕਿੱਥੋਂ ਬੋਲ ਰਹੇ? ਮੈਂ ਜੋਗਿੰਦਰ ਸਿੰਘ ਬੋਲ ਰਿਹਾ ਜੀ। ਹਾਂਜੀ ਦਵਿੰਦਰ ਤੋਂ ਬੋਲ ਰਿਹਾ। ਹਾਂਜੀ ਦਵਿੰਦਰ ਸਿੰਘ ਜੀ, ਵੈਲਕਮ ਹੈ ਜੀ ਤੁਹਾਡਾ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਤੁਸੀਂ ਆਪਣੇ ਟੈਲੀਵਿਜ਼ਨ ਦੀ ਆਵਾਜ਼ ਮੱਧਮ ਕਰਕੇ ਸਾਡੇ ਨਾਲ ਟੈਲੀਫੋਨ 'ਤੇ ਗੱਲ ਕਰੋ ਜੀ। ਗੱਲ ਇਹ ਹੈਗੀ ਆ, ਹਾਂਜੀ, ਮੈਂ ਨਾ ਉੱਚਾ ਸੁਣਦਾ ਥੋੜ੍ਹਾ ਤੇ ਹਾਂਜੀ, ਮੈਂ ਨਾ ਪਰਮਾਤਮਾ ਦੇ ਬਾਰੇ ਗੱਲ ਕਰਨਾ ਚਾਹੁੰਦਾ। ਹਾਂਜੀ, ਤੁਸੀਂ ਆਪਣੇ ਪਹਿਲਾਂ ਇੱਦਾਂ ਕਰੋ, ਆਪਣੇ ਟੈਲੀਵਿਜ਼ਨ ਦੀ ਆਵਾਜ਼ ਚਾਹੇ ਘੱਟ ਕਰ ਦਿਓ ਔਰ ਚਾਹੇ ਇਸ ਰੂਮ 'ਚੋਂ ਬਾਹਰ ਨਿਕਲ ਕੇ ਸਾਡੇ ਨਾਲ ਇਸ ਰੂਮ 'ਚੋਂ ਜਿੱਥੇ ਆਵਾਜ਼ ਨਾ ਆਉਂਦੀ ਹੋਵੇ ਉੱਥੇ ਗੱਲ ਕਰੋ ਪਲੀਜ਼। ਹੁਣ ਆਉਂਦੀ ਆ? ਹਾਂ, ਬੰਦ ਹੋ ਗਈ। ਠੀਕ ਆ ਜੀ, ਠੀਕ ਆ ਜੀ, ਬੰਦ ਹੋ ਗਈ ਹੁਣ। ਠੀਕ ਆ ਜੀ। ਅੱਛਾ, ਗੱਲ ਹੈ ਜੀ, ਮੈਂ ਵਰਾਗੀ ਮਾਸਟਰ ਦੇ ਕੋਲੋਂ ਗਿਆਨ ਲਿਆ ਵਾ। ਹੁਣ ਪਰਮਾਤਮਾ ਜਿਹੜਾ ਨਾ ਹਰ ਇੱਕ ਨੂੰ ਲਾਈਫ ਜਿਹੜੀ ਆ, ਜਿੰਨੇ ਵੀ ਜੀ ਜੰਤੂ ਆ ਦੁਨੀਆ ਦੇ ਵਿੱਚ ਉੱਪਰਲੇ ਖੰਡਾਂ 'ਚ, ਉਹ ਪਰਮਾਤਮਾ ਉਹਨਾਂ ਨੂੰ ਲਾਈਫ ਦਿੰਦਾ ਵਾ ਅਨਹਦ ਸ਼ਬਦ ਦੇ ਥਰੂ। ਠੀਕ ਹੈ। ਸਿੱਖ ਅਨਹਦ ਸ਼ਬਦ ਕਹਿੰਦੇ ਨੇ, ਕ੍ਰਿਸਚਨ ਜਿਹੜੇ ਨੇ ਹੋਲੀ ਗੋਸਟ ਕਹਿੰਦੇ ਨੇ। ਅੱਛਾ ਜੀ। ਉਹ ਗਾਡ ਦੀ એનર્ਜੀ ਆ ਜਿਹੜੀ ਸਾਰੇ ਪਾਸੇ ਫੈਲੀ ਹੋਈ ਆ, ਉਹ ਸਾਨੂੰ ਟੱਚ ਕਰਦੀ ਆ ਤੇ ਉਹਦੇ ਨਾਲ ਅਸੀਂ ਜਿੰਦਾ, ਯਾਨੀ ਕਿ ਸਾਡੀ ਸੋਲ ਜਿਹੜੀ ਆ ਉਹ ਉਹਦੇ ਤੇ ਨਿਰਭਰ ਕਰਦੀ ਆ ਤੇ ਉਹਦੇ ਕਰਕੇ ਹੀ ਜਿੰਦਾ। ਜੇ ਉਹ એનર્ਜੀ 1 ਮਿੰਟ ਦੇ ਲਈ ਵੀ ਬੰਦ ਹੋ ਜੇ, ਸਭ ਕੁਝ ਫਿਨਿਸ਼ ਐਸ਼ੇਜ ਹੋ ਜਾਏ, ਵੀ ਧਰਤੀ, ਉਹ એનર્ਜੀ ਜਿਹੜੀ ਆ ਪਰਮਾਤਮਾ ਦੀ ਅਨਹਦ ਸ਼ਬਦ, ਉਹ ਹਰ ਇੱਕ ਚੀਜ਼ ਨੂੰ ਲਾਈਫ ਦਿੰਦਾ ਵਾ। ਜੀ ਜੀ। ਹਾਂਜੀ, ਫਿਰ ਏਦਾਂ ਹੈਗਾ, ਇਹ ਜਿਹੜੀ એનર્ਜੀ ਆ ਦੂਸਰੇ ਖੰਡਾਂ ਦੇ ਵਿੱਚ ਇਹ ਰੂਪ ਧਾਰਨ ਕਰਦੀ ਹੈ। ਜਿੱਦਾਂ ਹੁਣ ਸੂਖਸ਼ਮ ਖੰਡ ਹੈ, ਉੱਥੇ ਬ੍ਰਹਮ ਦੀ ਚੌਥੀ ਮੈਨੀਫੈਸਟੇਸ਼ਨ ਹੈ, ਰੂਪ ਧਾਰਨ ਕਰਦੀ ਆ ਪਾਵਰ। ਬ੍ਰਹਮ ਜਿਹੜਾ ਪਾਵਰ ਹੈਗੀ ਆ ਤੇ ਉਹਦਾ ਕੋਈ ਰੰਗ ਰੂਪ ਨਹੀਂਗਾ, ਪਰ ਜਦੋਂ ਤੁਸੀਂ ਆਤਮ ਯਾਤਰਾ ਕਰਕੇ ਉਹਦੇ ਸਾਹਮਣੇ ਜਾਂਦੇ ਹੋ ਤੇ ਉਹ ਫਿਰ ਬੰਦੇ ਦਾ ਰੂਪ ਧਾਰਨ ਕਰਕੇ ਤੁਹਾਡੇ ਨਾਲ ਗੱਲਬਾਤ ਕਰਦਾ। ਜੀ ਜੀ। ਇਹ ਸੂਖਸ਼ਮ ਖੰਡ ਦਾ ਜਿਹੜਾ ਰੂਲਰ ਆ, ਉਹਨੂੰ ਜੋਤ ਨਿਰੰਜਨ ਕਹਿੰਦੇ ਨੇ। ਠੀਕ ਹੈ। ਫਿਰ ਇਹ ਜਿਹੜੇ ਤੁਸੀਂ ਗੁਰੂ ਤੁਹਾਨੂੰ ਅੱਗੇ ਲੈ ਕੇ ਜਾਂਦਾ ਆ ਤੇ ਉਹ ਆ ਜਾਂਦਾ ਕਰਨ ਖੰਡ। ਹਾਂਜੀ, ਤੇ ਪੰਜਾਬੀ ਚ ਨੇਮ ਹੈਗੇ ਨੇ। ਕਰਨ ਖੰਡ ਦਾ ਜਿਹੜਾ ਰੂਲਰ ਆ, ਉਹਦਾ ਨਾਂ ਹੈਗਾ ਰਾਮਕਾਰ। ਅੱਛਾ ਜੀ। ਅੱਛਾ, ਉਹਨੂੰ ਪਾਰ ਬ੍ਰਹਮ ਵੀ ਕਹਿੰਦੇ ਨੇ, ਕਿਉਂਕਿ ਪਹਿਲਾ ਜਿਹੜਾ ਬ੍ਰਹਮ ਹੈ, ਫਿਰ ਸੈਕੰਡ ਗ੍ਰੈਂਡ ਡਿਵੀਜ਼ਨ ਦਾ ਰੂਲਰ ਜਿਹੜਾ ਉਹ ਹੈਗਾ ਪਾਰ ਬ੍ਰਹਮ ਜਾਂ ਰਾਮਕਾਰ। ਜੀ ਜੀ। ਹਾਂਜੀ, ਫਿਰ ਅੱਗੇ ਆ ਜਾਂਦਾ ਵੈ ਗਿਆਨ ਖੰਡ। ਠੀਕ ਹੈ। ਗਿਆਨ ਖੰਡ ਦਾ ਜਿਹੜਾ ਰੂਲਰ ਆ, ਉਹਦਾ ਨਾਂ ਹੈਗਾ ਵੈ ਓਮਕਾਰ। ਉੱਥੋਂ ਓਮ ਦੀ ਜਿਹੜੀ ਪਾਵਰ ਆ, ਉਹ ਸਾਰੇ ਪਾਸੇ ਜਾ ਕੇ ਤੇ ਨੀਚਲੇ ਖੰਡਾਂ ਨੂੰ ਕ੍ਰੀਏਟ ਕਰਦੀ ਆ, ਸਸਟੇਨ ਕਰਦੀ ਆ ਤੇ ਡਿਸਟਰੋਏ ਕਰਦੀ ਆ। ਉਹ ਆ ਜਾਂਦਾ ਸ਼ਿਵਾ ਬ੍ਰਹਮਾ ਵਿਸ਼ਨੂੰ ਦੀਆਂ ਪਾਵਰ। ਜੀ ਜੀ। ਹਾਂਜੀ, ਫਿਰ ਅੱਗੇ ਆਉਂਦਾ ਆ ਉਹ ਸਬ ਕੌਨਸ਼ੀਅਸ ਮਾਈਂਡ ਵਰਡ ਹੈਗਾ, ਤੇ ਉੱਥੇ ਦਾ ਜਿਹੜਾ ਰੂਲਰ ਆ ਉਹਨੂੰ ਸਿੱਖ ਸੋਹੰਗ ਕਹਿੰਦੇ ਨੇ। ਅੱਛਾ।
ਹਿੰਦੂ ਲੋਕ ਜਿਹੜੇ ਆ ਉਹਨੂੰ ਸੋਹਮ ਕਹਿੰਦੇ ਨੇ, ਕਿਉਂਕਿ ਜਦੋਂ ਤੁਸੀਂ ਉਸਦੇ ਸਾਹਮਣੇ ਜਾਂਦੇ ਹੋ ਉਹਦੇ ਵੱਲ ਵੇਖ ਕੇ ਹੀ ਤੁਹਾਡੇ ਮੂੰਹ ਚੋਂ ਨਿਕਲਦਾ ਵਾ, ਆਵਾਜ਼ ਨਿਕਲਦੀ ਆ ਸਿਰ ਚੋਂ ਕਿ ਮੈਂ ਤੂੰ ਆ, ਮੈਂ ਵੀ ਗਾਡ ਹੈਗਾ ਵਾ। ਠੀਕ ਹੈ। ਆਤਮਾ ਨੂੰ ਆਪਣੀ ਪਹਿਚਾਨ ਆਉਣੀ ਸ਼ੁਰੂ ਹੋ ਜਾਂਦੀ ਹੈ। ਜੀ ਜੀ ਹਾਂਜੀ। ਉਹਦੇ ਬਾਅਦ ਆ ਜਾਂਦਾ ਆ ਸੱਚਖੰਡ। ਸੱਚਖੰਡ ਨੂੰ ਆਤਮਾ ਲੋਕ ਕਹਿੰਦੇ ਨੇ। ਪਹਿਲਾ ਇਹ ਸੱਚਖੰਡ ਦਾ ਪਹਿਲਾ ਖੰਡ ਆ, ਜਿੱਦਾਂ ਪਹਿਲਾ ਜੋਦਣੀਆਂ ਰਾਮਕਾਰ ਓਮਕਾਰ ਸੋਹੰਗ ਸਤਨਾਮ, ਇੱਥੇ ਜਿਹੜਾ ਰੂਲਰ ਆ ਉਹਦਾ ਨਾਂ ਹੀ ਸਤਨਾਮ ਹੈ। ਜੀ ਜੀ ਹਾਂਜੀ। ਪਰ ਡਿਫਰੈਂਟ ਰਿਲੀਜਨ ਜਿਹੜੇ ਆ ਉਹ ਡਿਫਰੈਂਟ ਉਹ ਤਰੀਕੇ ਨਾਲ ਉਹਦਾ ਟ੍ਰਾਂਸਲੇਸ਼ਨ ਕਰਦੇ, ਕੋਈ ਕਹਿੰਦੇ ਆ ਯੂਨੀਵਰਸਲ ਮਾਈਂਡ ਪਾਵਰ, ਕਦੀ ਕੁਝ, ਲੇਕਿਨ ਉਹ ਉੱਥੋਂ ਸੱਚਖੰਡ ਸ਼ੁਰੂ ਹੁੰਦਾ ਆ। ਜੀ ਜੀ। ਉਹਦੇ ਬਾਅਦ ਆ ਜਾਂਦਾ ਅਲਖ ਲੋਕ। ਠੀਕ ਹੈ। ਅਲਖ ਲੋਕ ਦਾ ਜਿਹੜਾ ਰੂਲਰ ਆ ਉਹਦਾ ਨਾਂ ਹੈਗਾ ਅਲਖ ਮਹਾਪੁਰਸ਼ਾ। ਅੱਛਾ ਜੀ। ਫਿਰ ਉਹਦੇ ਬਾਅਦ ਆਉਂਦਾ ਲਾਇਆ ਲੋਕ। ਉੱਥੇ ਇਹ ਆਪਣੇ ਸੋਲ ਪਲਾਨ ਆਤਮਾ ਲੋਕ ਤੋਂ ਅੱਗੇ ਕੋਈ ਕ੍ਰੀਏਸ਼ਨ ਨਹੀਂ ਹੈਗੀ। ਜੀ ਜੀ। ਉਹਦੇ ਬਾਅਦ એનર્ਜੀ ਆ, ਗਾਡ ਦੀ એનર્ਜੀ ਆ ਸਾਰੀ। ਹਾਂਜੀ। ਪਰ ਉੱਥੇ ਸਾਊਂਡ ਹੈਗੀ ਆ, ਸਾਊਂਡ, ਲਾਈਟ ਐਂਡ ਸਾਊਂਡ। ਠੀਕ ਹੈ। ਅੱਛਾ। ਫਿਰ ਅਲਾਇਆ ਲੋਕ ਅੱਗੇ ਹੋ ਜਾਂਦਾ ਆ, ਅਲਖ ਲੋਕ, ਅਲਾਇਆ ਲੋਕ। ਫਿਰ ਆਉਂਦਾ ਅਟਮ ਲੋਕ। ਹਾਂਜੀ ਹਾਂਜੀ। ਅਟਮ ਲੋਕ ਜਿਹੜਾ ਉੱਥੇ ਜਿਹੜਾ ਰੂਲਰ ਆ ਬਹੁਤ ਪਾਵਰਫੁਲ ਆ, ਜਿਹੜੀ ਗਾਡ ਦੀ એનર્ਜੀ ਉੱਥੋਂ ਤੁਰਦੀ ਆ ਨਾਮੀ ਲੋਕ ਚੋਂ, ਉਹਨੂੰ ਉਹ ਟੇਮ ਕਰਕੇ ਥੱਲੇ ਭੇਜਦਾ ਵਾ। ਹਾਂਜੀ ਹਾਂਜੀ। ਨਹੀਂ ਤੇ ਕੋਈ ਚੀਜ਼ ਪੈਦਾ ਨਹੀਂ ਹੋ ਸਕਦੀ। ਇੰਨੀ ਗਾਡ ਦੀ એનર્ਜੀ ਇੰਨੀ ਜ਼ਬਰਦਸਤ ਆ ਕਿ ਆ ਲੋਵਰ ਖੰਡਾਂ ਵਿੱਚ ਵੀ ਅਨਹਦ ਸ਼ਬਦ ਜਿਹੜਾ ਆ ਉਹ ਲਾਈਟ ਤੇ ਸਾਊਂਡ ਹੈਗੀ ਆ। ਜੀ ਜੀ। ਵਾਈਬ੍ਰੇਸ਼ਨ ਨੇ। ਹਾਂਜੀ ਹਾਂਜੀ। ਉਹ ਵਾਈਬ੍ਰੇਸ਼ਨ ਨਾਲ ਹਰ ਇੱਕ ਚੀਜ਼ ਕੰਬਦੀ ਪਈ ਆ। ਜੀ ਜੀ। ਇੰਨੀ ਜ਼ਬਰਦਸਤ ਪਾਵਰ ਹੈ। ਤੇ ਪਰ ਉਹ ਤੁਹਾਨੂੰ ਕੰਮ ਤੇ ਤਾਂ ਨਹੀਂ ਦਿੰਦੇ, ਕਿਉਂਕਿ ਹੁਣ ਜਿਹੜਾ ਫਿਜ਼ੀਕਲ ਯੂਨੀਵਰਸ ਜਿੱਥੇ ਅਸੀਂ ਰਹਿੰਦੇ ਆ, ਹਰ ਇੱਕ ਚੀਜ਼ ਇੱਕ ਰਫ਼ਤਾਰ ਦੇ ਨਾਲ ਕੰਬਦੀ ਆ ਤੇ ਸਾਨੂੰ ਦਿਸਦਾ ਨਹੀਂ ਕਿ ਵੀ ਉਹ ਕੰਬਦੀ ਪਈ ਆ। ਹਾਂਜੀ। ਜਿੱਦਾਂ ਹੁਣ ਟ੍ਰੇਨਾਂ ਦੋ ਇਕੱਠੀਆਂ ਚੱਲ ਪੈਣ ਤੇ ਉਧਰ ਤੁਸੀਂ ਦੇਖੋ ਤੁਹਾਨੂੰ ਖੜੋਤੀਆਂ ਨੇ, ਏਦਾਂ ਲੱਗਦਾ ਕਿ ਖੜੇ ਆ। ਇਸ ਤਰ੍ਹਾਂ ਇਹ ਜਿਹੜੀ ਸਾਡੀ એનર્ਜੀ ਹੈ ਜਿਹਦੇ ਨਾਲ ਅਸੀਂ ਕੰਬਦੇ ਪਏ ਆ, ਵਾਈਬ੍ਰੇਟ ਕਰਦੇ ਆ, ਹਰ ਇੱਕ ਚੀਜ਼ ਵਾਈਬ੍ਰੇਟ ਕਰਦੀ ਆ ਗਾਡ ਦੀ એનર્ਜੀ ਦੇ ਨਾਲ। ਉਹ ਸਾਨੂੰ ਪਤਾ ਨਹੀਂ ਲੱਗਦਾ ਕਿ ਉਹ ਵਾਈਬ੍ਰੇਟ ਕਰਦੀ ਆ ਕਿ ਨਹੀਂ। ਕਿਉਂਕਿ ਵੀਰ ਜੀ ਸਾਡਾ ਟਾਈਮ ਕੁਝ ਤਕਰੀਬਨ 2 ਮਿੰਟ ਰਹਿੰਦਾ, ਤੁਸੀਂ ਆਪਣੀ ਗੱਲ ਥੋੜੀ ਜਿਹੀ ਨਾ ਕੁਇਕਲੀ ਫਿਨਿਸ਼ ਕਰ ਲਓ। ਵਿੱਚ ਆ ਜਾਂਦਾ ਜੀ ਅਨਾਮੀ ਲੋਕ। ਜੀ ਜੀ। ਇਹ ਜਿਹੜੇ ਮਾਸਟਰ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਵਿਰਾਗੀ ਮਾਸਟਰ ਕਹਿੰਦੇ ਆ, ਉਹਨਾਂ ਦੀਆਂ ਉਮਰਾਂ ਵੀ ਬਹੁਤ ਜ਼ਿਆਦਾ ਹੈਗੀਆਂ ਨੇ। ਜੀ ਜੀ। ਉਹ ਅਨਾਮੀ ਲੋਕ ਤੱਕ ਪਹੁੰਚੇ ਨੇ। ਹਾਂਜੀ। ਫਿਊ ਆ ਜਿਹੜੇ ਉਦੋਂ ਗਾਡ ਦਾ ਕੋਈ ਅੰਤ ਨਹੀਂਗਾ। ਜੀ ਜੀ। ਜਿਉਂ ਤੁਸੀਂ ਡਿਫਰੈਂਟ ਖੰਡ ਚ ਪਹੁੰਚਦੇ ਆ ਉੱਥੇ ਪਾਵਰ ਜ਼ਿਆਦਾ, ਉਦੋਂ ਜ਼ਿਆਦਾ ਏਦਾਂ ਹੈਗਾ। ਜੀ ਜੀ। ਜਿੱਦਾਂ ਹੁਣ ਸੂਖਸ਼ਮ ਖੰਡ ਦੀ ਪਾਵਰ ਆਪ ਪ੍ਰਿਥਵੀ ਲੋਕ ਤੋਂ ਜ਼ਿਆਦਾ ਵੈ, ਅੱਗੇ ਕਰਨ ਖੰਡ ਦੀ ਉਹਦੇ ਨਾਲ ਜ਼ਿਆਦਾ, ਰੂਲਰ ਜ਼ਿਆਦਾ ਪਾਵਰਫੁਲ ਨੇ। ਮੈਂ ਇੱਥੇ ਸਮਾਪਤ ਕਰਦਾ। ਹਾਂ ਓਕੇ ਜੀ, ਥੈਂਕ ਯੂ ਵੀਰ ਜੀ, ਤੁਹਾਡਾ ਬਹੁਤ ਬਹੁਤ, ਤੁਸੀਂ ਸਾਨੂੰ ਕਾਫੀ ਇਨਫੋਰਮੇਸ਼ਨ ਦਿੱਤੀ ਆ ਔਰ ਅਸੀਂ ਚਾਹਾਂਗੇ ਕਿ ਸਾਡੇ ਕਿਤੇ ਨਾ ਤੁਸੀਂ ਇੱਕ ਹੋਰ ਪ੍ਰੋਗਰਾਮ ਆਉਂਦਾ ਇਸ ਬਾਰੇ, ਉਹਦੇ ਵਿੱਚ ਆ ਕੇ ਜ਼ਰੂਰ ਆਪਣਾ ਹਿੱਸਾ ਪਾਓ ਔਰ ਤੁਹਾਨੂੰ ਟਾਈਮ ਉਹਦੇ ਵਿੱਚ ਕਾਫੀ ਦਿੱਤਾ ਜਾਵੇਗਾ, ਕਿਉਂਕਿ ਬੜੀ ਜ਼ਿਆਦਾ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ, ਉਹ ਵੈਲਿਊਬਲ ਹੈ ਸਾਰਿਆਂ ਵਾਸਤੇ, ਇਹ ਲੋਕਾਂ ਨੂੰ ਦੱਸਣੀ ਵੀ ਚਾਹੀਦੀ ਹੈ। ਥੈਂਕ ਯੂ ਤੁਹਾਡਾ ਬਹੁਤ ਬਹੁਤ। ਔਰ ਵੀਰੋ ਭੈਣੋ ਭਰਾਵੋ ਦੋਸਤੋ ਮਿੱਤਰੋ ਬੱਚਿਓ ਜੋ ਵੀ ਸਾਡਾ ਪ੍ਰੋਗਰਾਮ ਦੇਖ ਰਹੇ ਹਨ ਸੁਣ ਰਹੇ ਹਨ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਔਰ ਜਿੰਨੇ ਵੀ ਸਾਡੇ ਪਾਰਟਿਸਿਪੈਂਟਸ ਅੱਜ ਆਏ ਹਨ ਇਸ ਬਾਰੇ ਗੱਲਬਾਤ ਕੀਤੀ ਹੈ, ਆਪਣੀਆਂ ਸੁਨਹਿਰੀ ਯਾਦਾਂ ਸੁਣਾਈਆਂ ਹਨ, ਕੁਛ ਇਨਫੋਰਮੇਸ਼ਨ ਵੀ ਦਿੱਤੀ ਹੈ ਸਾਨੂੰ ਸਾਰਿਆਂ ਨੂੰ, ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਤਾਂ ਇਸੇ ਤਰ੍ਹਾਂ ਹੀ ਤੁਸੀਂ ਸਾਡੇ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਪਾਉਂਦੇ ਰਿਹਾ ਕਰੋ। ਇਹ ਜੋ ਪ੍ਰੋਗਰਾਮ ਹੈ ਮੇਰਾ ਸੁਨਹਿਰੀ ਯਾਦਾਂ ਦਾ, ਇਹ ਤੁਹਾਡੀਆਂ ਟੈਲੀਫੋਨ ਕਾਲ ਦੇ ਨਾਲ ਹੀ ਇਹ ਬਣਦਾ ਹੈ ਔਰ ਇਸ ਦੀ ਕਾਮਯਾਬੀ ਤੁਹਾਡੇ ਸਾਰਿਆਂ ਦੇ ਸਿਰ 'ਤੇ ਹੈ। ਤਾਂ ਮੇਰਾ ਸਮੇਂ ਦਾ ਤਕਰੀਬਨ 1 ਮਿੰਟ ਰਹਿ ਚੁੱਕਾ ਹੈ। ਇਸ ਦੇ ਵਿੱਚ ਇੱਕ ਵਾਰੀ ਫਿਰ ਮੈਂ ਸਾਰੇ ਕਾਲਰਸ ਦਾ
ਧੰਨਵਾਦ ਕਰਦਾ ਜਾਵਾਂ। ਔਰ ਇਸੇ ਨਾਲ ਨਾਲ ਸਾਡੇ ਕੰਟਰੋਲ ਸੈਂਟਰ ਦੇ ਵਿੱਚ ਮੌਮੀ ਜੀ ਜੋ ਸਾਡੀ ਮਦਦ ਕਰ ਰਹੇ ਹਨ, ਪਲ ਪਲ 'ਤੇ ਕਾਲਸ ਵੀ ਲੈ ਰਹੇ ਹਨ ਔਰ ਇਹ ਪ੍ਰੋਗਰਾਮ ਤੁਹਾਡੇ ਘਰਾਂ ਤੱਕ ਆਪਣੀ ਸਕਿੱਲ ਦੇ ਨਾਲ ਪਹੁੰਚਾ ਰਹੇ ਹਨ, ਉਹਨਾਂ ਦਾ ਵੀ ਸ਼ੁਕਰੀਆ ਕਰਦੇ ਹਾਂ। ਤਾਂ ਚਲੋ ਜਿਸ ਤਰ੍ਹਾਂ ਮੈਂ ਕਿਹਾ ਕਿ ਮੇਰਾ ਪ੍ਰੋਗਰਾਮ ਤਕਰੀਬਨ 34-35 ਸੈਕਿੰਡਸ ਹੋਰ ਹੈ। ਇਸੇ ਨਾਲ ਆਪੋ ਆਪਣਾ ਰੱਖਣਾ ਖਿਆਲ, ਅਗਰ ਹੋ ਸਕੇ ਤਾਂ ਕਿਸੇ ਆਂਢੀ ਗੁਆਂਢੀ ਦਾ ਵੀ ਹੈਲਪ ਕਰਨੀ, ਜ਼ਰੂਰ ਖਿਆਲ ਰੱਖਣਾ, ਬਜ਼ੁਰਗਾਂ ਦਾ ਖਿਆਲ ਰੱਖਣਾ। ਔਰ ਮੇਰੀ ਔਰ ਤੁਹਾਡੀ ਮੁਲਾਕਾਤ ਹੋਵੇਗੀ ਅਗਲੇ ਹਫਤੇ ਫਿਰ ਇਸੇ ਟਾਈਮ 'ਤੇ ਔਰ ਇਨ ਬਿਟਵੀਨ ਐਤਵਾਰ ਨੂੰ 9 ਵਜੇ ਤੋਂ ਲੈ ਕੇ 10 ਵਜੇ ਤੱਕ ਵਰਲਡ ਨਿਊਜ਼ ਦੇ ਇੱਕ ਪ੍ਰੋਗਰਾਮ ਦੇ ਵਿੱਚ ਵੀ ਤੁਹਾਡੇ ਨਾਲ ਫਿਰ ਮੁਲਾਕਾਤ ਕਰਾਂਗੇ। ਤਾਂ ਚਲੋ ਜੀ। ਜਿੱਦਾਂ ਆਸਮਾਨ ਦੇ ਵਿੱਚ ਤਾਰੇ ਨੇ ਹਜ਼ਾਰਾਂ, ਉੱਦਾਂ ਹੀ ਤੁਹਾਡੀ